दोहरा हर गोपाल सिख होए कर, पिता बिशंबर दास। हाथ जोर बूजन लगेओ, श्री सतगुर के पास। वाहिगुरु जी का खालसा, वाहिगुरु जी की फतेह। धन धन गुरुदेव जिस संग हर जपे, गुर कृपाल जब भय ताप गुण सब छपे। ऐसे करण कारण दीन दयाल भगत वत्सल, अनाथ नाथ जगत गुरु सतगुरु श्री गुरु ग्रंथ साहिब जी महाराज जी ਦੀ पावन पवित्र हजूरी च जुड़ बैठे बहुत ही सन्मान ते सत्कारयोग गुरु सबरूप गुरु खालसा साध संगत जियो। वडभागी हर संगत पावै, भागहीन परम चोटा खावै। नेता प्रति गुरु चरणा च इकत्र हो के साहिबे कमाल पंथ दे वाली सतगुरु श्री गुरु गोबिंद सिंह साहिब जी महाराज, दयानिध स्वामी जी दे पावन पवित्र इतिहास की चल रही लड़ीवार कथा बहुत ही अदब सत्कार शरदा ते भावना सहित आप जी सरवण कर रहे हो। कलगीधर पातशाह जी महाराज भाई बिसंबर दास ते होर सिखां नूं संबोधन हो के अरदासां बारे दस रहे ने। किहड़े समय किहड़ी अरदास अपने साहिब दे चरनां च करनी है और की आखना है। अरदासां विचों एक अरदास मेरे साहिब ने कल ये भी दसी सी कि एक अरदास वो भी है जिहदे वास्ते शब्द नहीं औड़दे कि किहड़े शब्द वरते जाण। तां उस वेले ही कहना स्वामी तुसी अंतरजामी हो, मेरे हिरदे दी जाणदे हो, बिना बोलिया जाणदे हो। तो उन्हां अरदासां दे जिहड़े भेद ने जुगतियां ने वो सतगुरु जी दस रहे ने। 75 अरदासां महाराज जी ने पिछे दस दित्तियां। नवां प्रसंग पंजवीं रुत दा 15वां अंसू प्रारंभ हो रहा है, 15वां अध्याय। हरगोपाल नूं सतगुरां ने पौल दे के सिख बनाया। आओ मन बिरतियां गुरु चरनां नाल जोड़ो। कलगीधर स्वामी दीना बंधु गरीब नवाज बादशाह दरवेश सतगुरां दे पवित्र स्वरूप नूं अपने हिरदे कमलां विच वसाउंदे आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा हर गोपाल सिख होए कर, पिता बिशंबर दास। हर गोपाल महाराज जी का सिख हो गया। किथे पहला वेमुख हो गया सी, गुरु साहब ने कृपा की, दया की। बिशंबर दास इहदा जो पिता है वही इहनूं प्रेर के लियाया। तो हर गोपाल महाराज जी का सिख हो गया। सतगुरां दी सिੱਖੀ इहने धारण कर लई।
ਭਾਈ ਬਿਸੰਬਰ ਦਾਸ ਤੇ ਹਰਗੋਪਾਲ ਦੋਵੇਂ ਪਿਓ ਪੁੱਤਰ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਹਾਜ਼ਰ ਹਨ। ਹਾਥ ਜੋਰ ਬੂਜਨ ਲਗਿਓ ਸ਼੍ਰੀ ਸਤਿਗੁਰ ਕੇ ਪਾਸ। ਹੱਥ ਜੋੜ ਕੇ ਦੋਵੇਂ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਦੇ ਹਨ ਔਰ ਬੇਨਤੀ ਕਰਦੇ ਹਨ। ਜਿਨੈ ਸਿੱਖ ਬਹਾਲ ਹੋਏ ਹੋਵੇ ਨ ਸਿੱਧ ਕੀ ਮੇਲ। ਮਹਾਰਾਜ ਜੇਕਰ ਸਿੱਖ ਦਾ ਹਿਰਦਾ ਪੂਰਨ ਭਾਵਨਾ ਸਹਿਤ ਨਾ ਭਰਿਆ ਹੋਵੇ ਤਾਂ ਫਿਰ ਸਿਦਕ ਸਹਿਤ ਉਹਦਾ ਗੁਰੂ ਨਾਲ ਮੇਲ ਨਹੀਂ ਹੁੰਦਾ। ਯਾਨੀ ਕਿ ਪਹਿਲਾਂ ਹਿਰਦੇ ਵਿੱਚ ਪੂਰਨ ਤੌਰ ਤੇ ਯਕੀਨ ਭਰੋਸਾ ਤੇ ਵਿਸ਼ਵਾਸ ਬਣੇ ਫਿਰ ਸਿਦਕ ਦੇ ਸਹਿਤ ਉਹਦਾ ਗੁਰੂ ਨਾਲ ਮੇਲ ਹੁੰਦਾ। ਹਰਗੋਪਾਲ ਪਹਿਲਾਂ ਵੀ ਆਇਆ ਸੀ, ਗੁਰੂ ਸਾਹਿਬ ਦੇ ਚਰਨਾਂ 'ਚ ਭਰਮ ਕਰਕੇ ਟੁਰ ਗਿਆ। ਮੁੜ ਕੇ ਜਦੋਂ ਕਸਵੱਟੀ ਲੱਗੀ ਬਿਹਾਲ ਹੋਇਆ ਫਿਰ ਇੱਕਦਮ ਮਨ 'ਚ ਭਰੋਸਾ ਵੱਜਾ, ਸਿਦਕ ਵੱਜਾ ਤੇ ਉਹ ਦੁਬਾਰਾ ਉਜੈਨ ਤੋਂ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਕੇ ਇਹਨੇ ਸਿੱਖੀ ਧਾਰਨ ਕੀਤੀ। ਮਹਾਰਾਜ ਇਸੇ ਤਰ੍ਹਾਂ ਆਪ ਜੀ ਆਪਣੀ ਕਲਾ ਵਰਤਾਉਂਦੇ ਹੋ। ਕੈਸੇ ਪਾਹੁਲ ਚਰਨ ਕੀ ਸਿੱਖ ਬਤਾਵੋ ਖੇਲ। ਗੁਰੂ ਸਾਹਿਬ 10ਵੇਂ ਪਾਤਸ਼ਾਹ ਦੇ ਸਮੇਂ ਖੰਡੇ ਦੀ ਪੌਲ ਤੱਕ ਦੀ ਮਰਿਆਦਾ ਦੇ ਵੇਲੇ ਤਾਈਂ ਚਰਨ ਪੌਲ ਦੀ ਮਰਿਆਦਾ ਗੁਰੂ ਘਰ 'ਚ ਚੱਲਦੀ ਰਹੀ। ਮਹਾਰਾਜ ਜੀ ਦੇ ਚਰਨ ਧੋ ਕੇ ਗੁਰਸਿੱਖ ਬੜੇ ਸਤਿਕਾਰ ਨਾਲ ਛਕਦੇ, ਉਸ ਜਲ ਨੂੰ ਛਕਦੇ। ਮਹਾਰਾਜ ਜਿਹੜੀ ਚਰਨ ਪੌਲ ਦੀ ਮਰਿਆਦਾ ਹੈ ਔਰ ਖੰਡੇ ਦੀ ਪੌਲ ਦੀ ਮਰਿਆਦਾ ਹੈ, ਇਹਦੇ ਬਾਰੇ ਆਪ ਜੀ ਸਾਨੂੰ ਕਿਰਪਾ ਕਰਕੇ ਸਮਝਾਓ। ਹਾਂਜੀ। ਸਤਿਗੁਰ ਬੋਲ ਸੁਨਾਇਓ ਸੁਨੋ ਬਿਸ਼ੰਬਰ ਰੀਤ। ਜਦੋਂ ਬਿਸੰਬਰ ਦਾਸ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਕਲਗੀਧਰ ਜੀ ਬੋਲੇ, ਕਹਿਣ ਲੱਗੇ ਬਿਸੰਬਰ ਦਾਸ ਜੀ ਸੁਣੋ, ਇਹਦੀ ਮਰਿਆਦਾ ਅਸੀਂ ਤੁਹਾਨੂੰ ਦੱਸਦੇ ਹਾਂ। ਬਚ ਵਿਸ਼ਵਾਸੀ ਹੋਵਨਾ ਮੋ ਪਦ ਰਾਖੋ ਪ੍ਰੀਤ। ਸਭ ਤੋਂ ਪਹਿਲਾਂ ਗੁਰੂ ਦੇ ਬਚਨਾਂ ਤੇ ਪੂਰਨ ਤੌਰ ਤੇ ਵਿਸ਼ਵਾਸੀ ਹੋਣਾ, ਗੁਰੂ ਬਚਨਾਂ ਦਾ ਵਿਸ਼ਵਾਸੀ ਹੋਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਦੇ ਬਚਨਾਂ ਦਾ ਵਿਸ਼ਵਾਸ ਰੱਖਣਾ, ਭਰੋਸਾ ਰੱਖਣਾ। ਜੋ ਸਾਹਿਬ ਨੇ ਕਹਿ ਦਿੱਤਾ ਬਸ ਇਹੀ ਸਹੀ ਹੈ, ਇਹ ਵਿਸ਼ਵਾਸ। ਦੁਨੀਆ ਦਾ ਕਿਹੜਾ ਵਿਅਕਤੀ, ਪ੍ਰਤਿਸ਼ਠਿਤ ਵਿਅਕਤੀ ਕੌਣ ਕੀ ਕਹਿ ਰਿਹਾ ਹੈ, ਇਹ ਸਿੱਖ ਲਈ ਕੋਈ ਮਾਇਨੇ ਨਹੀਂ ਰੱਖਦਾ। ਸਿੱਖ ਲਈ ਸਭ ਤੋਂ ਸਿਰਮੌਰ ਗੁਰੂ ਕੇ ਬਚਨ ਹਨ। ਗੁਰੂ ਦੇ ਬਚਨਾਂ ਦਾ ਵਿਸ਼ਵਾਸ ਤੋਂ ਬਚਨਾਂ ਦਾ ਵਿਸ਼ਵਾਸੀ ਹੋਣਾ ਹੈ। ਮੋਹ ਪਦ ਰਾਖੋ ਪ੍ਰੀਤ, ਔਰ ਮੇਰੀ ਜਿਹੜੀ ਪਦਵੀ ਹੈ, ਮੇਰਾ ਜਿਹੜਾ ਸਵਰੂਪ ਹੈ, ਇਹਦੇ ਨਾਲ ਆਪਣੇ ਹਿਰਦੇ 'ਚ ਪ੍ਰੀਤ ਰੱਖਣੀ ਹੈ। 10 ਅਵਤਾਰ ਗੁਰ ਏਕ ਸਮ ਜਿਉ ਜਾਣੇ ਜੋ ਮੇਰ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਹੈ ਨਾ, ਮੇਰਾ ਉਹ 10 ਜਾਮਿਆਂ ਨੂੰ ਇੱਕ ਰੂਪ ਕਰਕੇ ਜਾਣੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ। ਸਾਹਿਬ ਕਹਿੰਦੇ ਜਿਹੜਾ ਮੇਰਾ ਹੈ ਉਹ 10 ਜਾਮਿਆਂ ਨੂੰ ਇੱਕ ਰੂਪ ਕਰਕੇ ਜਾਣੇ, ਉਹਨਾਂ 'ਚ ਭੇਦ ਨਾ ਸਮਝੇ। ਖਾਲਸਾ ਜੀ ਅੱਜ ਕੱਲ ਭੇਦਵਾਦੀ ਜਿਹੜੀ ਬਿਰਤੀ ਹੈ, ਜਿਸ ਨੂੰ ਭਿੰਨਤਾ ਕਹਿੰਦੇ ਆ, ਉਹ ਭਿੰਨਤਾ ਅੱਜ ਕੱਲ ਲੋਕਾਂ ਦੀ ਬਹੁਤ ਸਾਰੀ ਦ੍ਰਿਸ਼ਟੀ ਵਿੱਚ ਵੇਖਣ ਨੂੰ ਮਿਲਦੀ ਹੈ। ਉਹ ਗੁਰੂ ਨਾਨਕ ਸਾਹਿਬ ਨੂੰ ਹੋਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੁਝ ਹੋਰ ਕਰਕੇ ਵੇਖਦੇ ਆ। ਵਾਸਤਵਿਕ ਰੂਪ ਦੇ ਵਿੱਚ ਬਾਹਰੀ ਸਰੀਰ ਭਾਵੇਂ 10 ਨੇ, ਅੰਦਰ ਆਤਮਾ ਜੋਤ ਜੁਗਤ ਉਹ 10 ਵਿੱਚ ਇੱਕੋ ਹੀ ਵਰਤੀ ਹੈ। ਇਸ ਕਰਕੇ ਸਿੱਖ ਨੇ ਕਦੇ 10 ਪਾਤਸ਼ਾਹੀਆਂ ਵਿੱਚ ਭੇਦ ਨਹੀਂ ਸਮਝਣਾ, ਵੱਖਰਾ ਨਹੀਂ ਸਮਝਣਾ। 10 ਹੀ ਇੱਕ ਰੂਪ ਨੇ। ਹਾਂਜੀ। ਇੱਕ ਦਸ਼ਮੋ ਗੁਰੂ ਗ੍ਰੰਥ ਜੀ ਬਾਣੀ ਸਤਿਗੁਰ ਹੀਰ। ਫਿਰ ਮਹਾਰਾਜ ਜੀ ਨੇ ਨਾਲ ਹੀ ਵਚਨ ਕੀਤਾ। ਹੁਣ 10ਵੇਂ ਜਾਮੇ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਫਿਰ ਇਕਾਦਸ਼ਮੋ ਦਾ ਮਤਲਬ ਹੈ 11ਵਾਂ ਸਵਰੂਪ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ।
ਮਹਾਰਾਜ ਜੀ ਕਹਿੰਦੇ ਮੇਰਾ ਇੱਕ 10ਵਾਂ ਰੂਪ ਹੈ, ਗੁਰੂ ਨਾਨਕ ਸਾਹਿਬ ਦਾ 11ਵਾਂ ਸਵਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। 10 ਪਾਤਸ਼ਾਹੀਆਂ ਦੀ ਮੂਰਤ ਕਰਕੇ, 10 ਪਾਤਸ਼ਾਹੀਆਂ ਦਾ ਰੂਪ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਜੀ ਕਹਿੰਦੇ ਜਾਣਨਾ ਹੈ। ਤੋਏ ਰੁਮਾਲ ਗੁਰ ਗ੍ਰੰਥ ਕੋ ਪਾਉਲ ਲੇਵੈ ਦੇ। ਇਹ ਮਰਜ਼ਾਦਾ ਵੀ ਕਿਸੇ ਸਮੇਂ ਰਹੀ ਹੈ ਕਿ ਬਾਲਕਾਂ ਨੂੰ, ਬੱਚਿਆਂ ਨੂੰ ਮਹਾਰਾਜ ਜੀ ਦੇ ਰੁਮਾਲ ਸਾਹਿਬ ਜਿਹੜੇ ਹੁੰਦੇ ਆ ਧੋਣ ਵੇਲੇ ਉਹਦੀ ਕੰਨੀ ਧੋ ਕੇ ਰੁਮਾਲ ਦੀ ਉਹਦਾ ਜਿਹੜਾ ਜਲ ਹੈ ਉਹ ਛਕਾਏ ਜਾਣ ਦੀ ਮਰਿਆਦਾ ਕਿਸੇ ਸਮੇਂ ਕੁਝ ਸਿੱਖਾਂ ਵਿੱਚ, ਕੁਝ ਸੰਪਰਦਾਵਾਂ ਵਿੱਚ ਰਹੀ ਹੈ। ਉਹਦਾ ਮਹਾਰਾਜ ਜੀ ਜ਼ਿਕਰ ਕਰਦੇ ਹਨ। ਸਿਦਕ ਸਮਾਲੈ ਕਰ ਕੜਾ ਬਾਂਟੇ ਅਤਿਥੀ ਲੇ। ਮਹਾਰਾਜ ਜੀ ਕਹਿੰਦੇ ਸਿੱਖ ਆਪਣੇ ਹਿਰਦੇ 'ਚ ਸਿਦਕ ਦੀ ਸੰਭਾਲ ਕਰੇ। ਸਿਦਕ ਪਾਲਣਾ ਹੈ। ਵਿਸ਼ਵਾਸ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਆ, ਧਰਮ ਹਮੇਸ਼ਾ ਵਿਸ਼ਵਾਸ ਦੀ ਨੀਂਹ ਤੇ, ਸਿਦਕ ਦੀ ਨੀਂਹ ਤੇ ਟਿਕਦਾ ਹੈ। ਜੇ ਸਿਦਕ ਨਹੀਂ, ਵਿਸ਼ਵਾਸ ਨਹੀਂ, ਭਰੋਸਾ ਨਹੀਂ ਤਾਂ ਕੋਈ ਧਰਮ ਨਹੀਂ ਟਿਕ ਸਕਦਾ। ਇਸ ਕਰਕੇ ਸਿੱਖ ਨੇ ਹਮੇਸ਼ਾ ਸਿਦਕ ਦੀ ਸੰਭਾਲਣਾ ਕਰਨੀ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਥਾ ਬਿਤ ਉਹ ਦੇਗ ਵੰਡੇ ਪਰਿਵਾਰ ਵਿੱਚ, ਜੀਆਂ ਵਿੱਚ, ਕਿ ਮਹਾਰਾਜ ਕਿਰਪਾ ਕਰੋ ਮੇਰਾ ਸਿਦਕ ਤੁਹਾਡੇ ਚਰਨਾਂ ਤੇ ਬਣਿਆ ਰਹੇ। ਏਦਾਂ ਅਰਦਾਸ ਕਰੇ। ਕੜਾ ਪ੍ਰਸ਼ਾਦ ਦੀ ਦੇਗ ਵੰਡੇ। ਨਾਮ ਤਰੇ ਸਤ ਗੁਰ ਕਾਏ ਤੁਕ 11ਵੇਂ ਮਾਨ। ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 11ਵਾਂ ਸਵਰੂਪ ਜਾਣ ਕੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 11ਵਾਂ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣ ਕੇ ਜਦੋਂ ਪੌਹਲ ਛਕਾਈ ਜਾਵੇ, ਕਹਿੰਦੇ ਉਸ ਵਕਤ ਜੋ ਹੁਕਮਨਾਮਾ ਪ੍ਰਾਪਤ ਹੋਵੇ, ਹੁਕਮਨਾਮੇ ਦੀ ਪੰਕਤੀ ਦੇ ਪਹਿਲੇ ਅੱਖਰ ਤੋਂ ਜਿਸ ਨੇ ਪੌਹਲ ਛਕੀ ਹੈ ਉਹਦਾ ਨਾਮਕਰਨ ਕੀਤਾ ਜਾਵੇ। ਹੁਣ ਤਾਂ ਮਰਿਆਦਾ ਬਹੁਤੀਆਂ ਜਥੇਬੰਦੀਆਂ ਦੇ ਵਿੱਚ ਅਲੋਪ ਹੋ ਗਈ ਹੈ। ਹਾਲੇ ਵੀ ਪੁਰਾਤਨ ਜਥੇਬੰਦੀਆਂ ਵਿੱਚ, ਚਾਹੇ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੈ, ਚਾਹੇ ਉਹ ਤਰਣਾ ਦਲ ਹੈ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜਿਹੜੇ ਮਾਈ ਭਾਈ ਅੰਮ੍ਰਿਤ ਛਕਦੇ ਉਹਨਾਂ ਨੂੰ ਵੀ ਪਤਾ ਹੋਣਾ ਕਿ ਜਦੋਂ ਖੰਡੇ ਦੀ ਪੋਲ ਛਕਾਈ ਜਾਂਦੀ ਹੈ ਤਾਂ ਹੁਕਮਨਾਮਾ ਲਿਆ ਜਾਂਦਾ। ਸਿੰਘ ਜੀ ਅੱਖਰ ਦੱਸੀ ਜਾਂਦੇ ਆ, ਉਹ ਪਹਿਲੇ ਅੱਖਰ ਤੋਂ 5-4 ਸਿੰਘਾਂ ਦੇ ਨਾਂ ਰੱਖਦੇ ਨੇ, ਫਿਰ ਦੂਜੇ ਅੱਖਰ ਤੋਂ ਹੋਰ 5 ਜਿੰਨੀ ਗਿਣਤੀ ਹੋਣੀ, ਉਹ ਅੰਮ੍ਰਿਤ ਦਾ ਨਾਮ ਜਿਹੜਾ ਹੈ ਉਹ ਵੱਖਰਾ ਰੱਖਿਆ ਜਾਂਦਾ। ਉਹਦਾ ਕਾਰਨ ਹੈ ਕਿ ਤੇਰਾ ਜਿਹੜਾ ਮਾਂ-ਬਾਪ ਦੇ ਘਰ ਜਨਮ ਹੋਇਆ ਸੀ ਉਹ ਕਿਸ ਜਾਤੀ 'ਚ ਹੋਇਆ ਸੀ, ਕਿਸ ਧਰਮ 'ਚ ਹੋਇਆ ਸੀ, ਕਿਸ ਬਰਾਦਰੀ 'ਚ ਹੋਇਆ ਸੀ, ਕਿਹੜੇ ਸ਼ਹਿਰ 'ਚ ਹੋਇਆ ਸੀ, ਉਹ ਅੱਜ ਤੋਂ ਬਾਅਦ ਸਮਾਪਤ। ਅੱਜ ਤੋਂ ਬਾਅਦ ਤੇਰਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ। ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਮਾਤਾ ਸਾਹਿਬਦੇਵਾਂ ਜੀ ਨੇ, ਔਰ ਜਿੱਥੇ ਜਨਮ ਦੁਬਾਰਾ ਹੋ ਰਿਹਾ ਹੈ ਉੱਥੇ ਨਾਮ ਵੀ ਤੇਰਾ ਦੁਬਾਰਾ ਨਵਾਂ ਰੱਖਿਆ ਜਾ ਰਿਹਾ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਕ ਦਾ ਪਹਿਲਾ ਅੱਖਰ ਲੈ ਕੇ ਉਹਦੇ ਤੋਂ ਨਾਮ ਰੱਖਿਆ ਜਾਵੇ ਤਾਂ ਇਹ ਸਮਝਿਆ ਜਾਵੇ ਕਿ ਇਹ ਨਾਮ ਖੁਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦਾ 11ਵਾਂ ਸਵਰੂਪ ਜਾਣ ਕੇ ਇਹ ਭਾਵਨਾ ਆਪਣੇ ਹਿਰਦੇ 'ਚ ਰੱਖਣੀ ਹੈ। ਪੱਤਰੇ ਸਿਰੇ ਅੱਖਰ ਤਰੇ ਪੁਨ ਪੁਨ ਤਰੇ ਸੁਜਾਨ। ਕਹਿੰਦੇ ਫਿਰ ਜਦੋਂ ਪੱਤਰਾ ਮਹਾਰਾਜ ਜੀ ਦਾ ਅੰਗ, ਪੱਤਰਾ ਯਾਨੀ ਕਿ ਅੰਗ ਪਲਟੇ, ਉੱਪਰਲੇ ਪਾਸਿਓਂ ਸਿਖਰ ਤੋਂ ਖੱਬੇ ਹੱਥ ਤੋਂ ਜਿਹੜਾ ਪਹਿਲਾ ਅੱਖਰ ਆਵੇ ਉਸ ਤੋਂ ਨਾਮਕਰਨ ਕੀਤਾ ਜਾਵੇ। ਉੱਥੋਂ ਫਿਰ ਨਾਮਕਰਨ ਜਿਹੜਾ ਉਹ ਅੰਮ੍ਰਿਤ ਛਕਣ ਤੋਂ ਬਾਅਦ, ਪੌਹਲ ਦੇਣ ਤੋਂ ਬਾਅਦ ਜਿਸ ਨੇ ਪੌਹਲ ਛਕਣੀ ਆ ਉਹਦਾ ਨਾਮ ਨਵਾਂ ਰੱਖਿਆ ਜਾਵੇ। ਆਸ ਗੁਰੂ ਕੀ ਮੰਤਰ ਸਿੱਖ ਕਾਜ ਸੰਸਾਰੀ ਕੀਨ। ਕਹਿੰਦੇ ਜਦੋਂ ਕੋਈ ਸੰਸਾਰੀ ਕੰਮ ਕਰਨਾ
ਉਦੋਂ ਆਸ ਗੁਰੂ ਦੀ ਰੱਖਣੀ ਹੈ ਤੇ ਨਾਲ ਗੁਰਮੰਤਰ ਦਾ ਅਭਿਆਸ ਕਰਨਾ। ਭਰੋਸਾ ਗੁਰੂ ਦਾ, ਆਸ ਗੁਰੂ ਦੀ, ਬੰਦੇ ਦੀ ਆਸ ਨਹੀਂ ਰੱਖਣੀ। ਗੁਰੂ ਪਾਤਸ਼ਾਹ ਦੀ ਆਸ ਰੱਖਣੀ ਹੈ, ਨਾਲ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਮੰਤਰ ਦਾ ਅਭਿਆਸ ਕਰਨਾ ਹੈ ਔਰ ਉਸ ਕਾਰਜ ਦੀ ਸਿੱਧੀ ਵਾਸਤੇ ਗੁਰੂ ਚਰਨਾਂ 'ਚ ਹੀ ਅਰਜ਼ੋਈ ਕਰਨੀ ਹੈ। ਬੋਲ ਗਰੀਬੀ ਸਿੱਖ ਕਰ ਕੰਨਿਆ ਦੇ। ਸਿੱਖ ਲੜਕੀ ਸਿੱਖ ਨੂੰ ਹੀ ਦੇਵੇ, ਅਮੀਰ ਗਰੀਬ ਦਾ ਭਾਵ ਨਾ ਵੇਖੇ। ਇਹ ਮਹਾਰਾਜ ਜੀ ਬਕਾਇਦਾ ਸੰਕੇਤ ਕਰ ਰਹੇ ਨੇ ਕਿ ਸਿੱਖ ਦੀ ਜੇ ਕੰਨਿਆ ਹੈ, ਲੜਕੀ ਹੈ, ਤਾਂ ਉਹ ਕਿਸੇ ਗੁਰਸਿੱਖ ਨੂੰ ਹੀ ਪਰਣਾਏ। ਪਹਿਲਾਂ ਉਹਦੇ ਘਰ 'ਚ ਸਿੱਖੀ ਵੇਖੋ, ਜਾਇਦਾਦ ਬਾਅਦ ਵਿੱਚ ਵੇਖੋ, ਨੌਕਰੀਆਂ ਬਾਅਦ ਵਿੱਚ ਵੇਖੋ। ਭਾਈ ਪਹਿਲਾਂ ਵੇਖੋ ਕਿ ਸਿੱਖੀ ਹੈ। ਅੱਜ ਕੱਲ ਸਿੱਖੀ ਨਹੀਂ ਵੇਖੀ ਜਾਂਦੀ ਗੁਰੂ ਖਾਲਸਾ ਜੀ। ਅੱਜ ਕੱਲ ਤਾਂ ਸਿੱਖ ਬੱਚੀਆਂ ਦਾ ਕਿਰਦਾਰ ਵੀ ਇਹੋ ਜਿਹਾ ਸਰੂਪ ਬਣਾ ਦਿੱਤਾ ਗਿਆ ਕਿ ਉਹਨਾਂ ਨੂੰ ਅੰਮ੍ਰਿਤਧਾਰੀ ਸਿੰਘਾਂ ਦਾ ਸਰੂਪ ਹੀ ਨਹੀਂ ਕਈਆਂ ਨੂੰ ਚੰਗਾ ਲੱਗਦਾ। ਇਹ ਬੜਾ ਵੱਡਾ ਨਿਗਾਰ ਹੈ। ਸਿੱਖ ਆਪਣੀ ਲੜਕੀ ਅੰਮ੍ਰਿਤਧਾਰੀ ਸਿੱਖ ਨੂੰ ਹੀ ਦੇਵੇ। ਉਹਦੇ ਨਾਲ ਦੋਨਾਂ ਪਰਿਵਾਰਾਂ ਦੇ ਵਿੱਚ ਸਿੱਖੀ ਦੀ ਸਾਂਝ ਹੋਰ ਗੂੜੀ ਹੋ ਜਾਂਦੀ ਹੈ ਔਰ ਸੁਰਤੀਆਂ ਮਿਲ ਜਾਂਦੀਆਂ, ਖਿਆਲਾਤ ਮਿਲ ਜਾਂਦੇ। ਗਰੀਬੀ ਦਾ ਭਾਵ ਨਾ ਵੇਖੇ। ਮਹਾਰਾਜ ਜੀ ਕਹਿੰਦੇ ਮਸਕੀਨ ਦਾ ਮਤਲਬ ਗਰੀਬ ਜਾਂ ਅਮੀਰ ਇਹ ਨਾ ਵੇਖੇ। ਜਗ ਛੋੜੈ ਖੰਡੇ ਚਰਨ ਪੌਲ ਸਿੱਖਾਂ ਸਾਰ। ਮਹਾਰਾਜ ਜੀ ਕਹਿੰਦੇ ਸਿੱਖਾਂ ਲਈ ਸਭ ਤੋਂ ਸਾਰ ਤੇ ਨਿਚੋੜੇ ਹੈ ਗੁਰੂ ਕੀ ਬਖਸ਼ੀ ਪੌਲ। ਜਦੋਂ ਗੁਰੂ ਕੀ ਪੌਲ ਛਕੇ ਉਦੋਂ ਦੁਨੀਆ ਨੂੰ ਖੰਡ ਦੇਵੇ, ਇੱਕ ਪਾਸੇ ਰੱਖ ਦੇਵੇ। ਇਹ ਨਾ ਵੇਖੇ ਵੀ ਲੋਕ ਕੀ ਆਖਣਗੇ। ਜਿਵੇਂ ਅੰਮ੍ਰਿਤ ਕਈ ਕਹਿੰਦੇ ਜੀ ਸਾਡੀ ਸੁਸਾਇਟੀ ਇਹੋ ਜਿਹੀ, ਅਸੀਂ ਤਾਂ ਨਹੀਂ ਖੰਡੇ ਦੀ ਪੌਲ ਛਕਦੇ, ਉਹ ਸਾਥੀ ਕੀ ਆਖਣਗੇ, ਮਿੱਤਰ ਯਾਰ ਦੋਸਤ ਕੀ ਆਖਣਗੇ। ਮਹਾਰਾਜ ਜੀ ਕਹਿੰਦੇ ਨਾ ਸਾਰਿਆਂ ਨੂੰ ਖੰਡ ਦਿਓ, ਇੱਕ ਪਾਸੇ ਕਰ ਦਿਓ। ਜਦੋਂ ਲੇਖਾ ਦੇਣਾ ਉਦੋਂ ਇਹ ਸੁਸਾਇਟੀ ਨੇ ਨਾਲ ਨਹੀਂ ਨਿਭਣਾ, ਉਦੋਂ ਇਹਨਾਂ ਸੰਗੀ ਸਾਥੀ ਨਹੀਂ ਬਣਨਾ। ਜਿਹਨੇ ਸਾਥੀ ਬਣਨਾ ਉਹਦੇ ਵੱਲ ਵੱਧ, ਜਦੋਂ ਇੱਕ ਕਦਮ ਵੱਧ ਕੇ ਉਹਦੇ ਵੱਲ ਜਾਵੇਗਾ ਤਾਂ ਸਤਿਗੁਰੂ ਇਸ ਕਰਕੇ ਭਾਈ ਜਦੋਂ ਗੁਰੂ ਸਾਹਿਬ ਜੀ ਦੀ ਬਖਸ਼ੀ ਪੌਲ ਛਕਣੀ ਹੈ ਉਦੋਂ ਦੁਨੀਆ ਕੀ ਆਖੇਗੀ, ਲੋਕ ਕੀ ਆਖਣਗੇ, ਪਰਵਾਹ ਨਹੀਂ ਕਰਨੀ। ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦਿਓ ਹੈ ਧਾਰ। ਇਹ ਅਵਸਥਾ ਬਣਾਉਣੀ ਹੈ। ਪਾਉਲ ਖੰਡੇ ਹੋਏ ਜਿਸ ਚਰਨਨ ਕੀਨੈ ਧਾਰ। ਜਿਸ ਨੇ ਖੰਡੇ ਦੀ ਪੌਲ ਛਕੀ ਆ ਉਹਨੂੰ ਚਰਨ ਪੌਲ ਛਕਣ ਦਾ ਹੁਕਮ ਨਹੀਂ ਹੈ। ਉਹ ਚਰਨ ਪੌਲ ਨਹੀਂ ਲੈ ਸਕਦਾ ਜਿਹਨੇ ਖੰਡੇ ਦੀ ਪੌਲ ਛਕ ਲਈ। ਆ ਚਰਨ ਗੰਗਾ ਦੇ ਦੌਰਾਨ ਕਈ ਸਿੰਘ ਜਲ ਲੈ ਲੈਂਦੇ ਆ ਚਰਨ ਗੰਗਾ 'ਚ, ਜਿੱਥੋਂ ਸਿੰਘ ਪੈਰ ਧੋਂਦੇ ਆ, ਚਰਨ ਧੋਂਦੇ ਆ। ਜਿਹਨੇ ਖੰਡੇ ਦੀ ਪੌਲ ਛਕੀ ਆ ਉਹ ਉੱਥੋਂ ਚਰਨ ਪੌਲ ਨਹੀਂ ਲੈ ਸਕਦਾ। ਇਹ ਮਰਿਆਦਾ ਹੈ। ਖੰਡੇ ਦੀ ਪੌਲ ਛਕਣ ਵਾਲੇ ਨੇ ਚਰਨ ਪੌਲ ਨਹੀਂ ਲੈਣੀ। ਹਾਂਜੀ, ਪਾਹੁਲ ਖੰਡੇ ਹੋਏ ਜਿਸ ਚਰਨਨ ਕੀਨੈ ਧਾਰ। ਖੰਡੇ ਦੀ ਪੌਲ ਛਕੀ ਆ ਉਹ ਚਰਨ ਪੌਲ ਨਾ ਲਵੇ। ਚਰਨ ਪੌਲੀ ਖੰਡ ਦੇ ਸਿੱਖ ਕਾ ਨਾਤਾ ਮਾਨ। ਪਰ ਹਾਂ ਜੇ ਕੋਈ ਚਰਨ ਪੌਲੀਆ, ਗੁਰੂ ਸਾਹਿਬ ਦੇ ਸਮੇਂ ਜਿਨ੍ਹਾਂ ਨੇ ਖੰਡੇ ਦੀ ਪੌਲ ਨਹੀਂ ਸੀ ਛਕੀ, ਪਹਿਲਾਂ ਚਰਨ ਪੌਲ ਛਕੀ ਹੋਈ ਸੀ, ਉਹ ਕਹਿੰਦੇ ਸੀ ਜੀ ਅਸੀਂ ਤਾਂ ਪੌਲ ਛਕੀ ਹੋਈ ਹੈ, ਹੁਣ ਸਾਨੂੰ ਕੀ ਲੋੜ ਆ ਦੁਬਾਰਾ। ਮਹਾਰਾਜ ਜੀ ਕਹਿੰਦੇ ਨਹੀਂ, ਜਿਹਨੇ ਚਰਨ ਉਹ ਖੰਡੇ ਦੀ ਪੌਲ ਲੈ ਸਕਦਾ। ਜਿਹਨੇ ਖੰਡੇ ਦੀ ਪੌਲ ਲੈ ਲਈ ਆ ਉਹ ਚਰਨ ਪੌਲ ਨਹੀਂ ਲੈ ਸਕਦਾ। ਇਹ ਮਰਿਆਦਾ ਕਲਗੀਧਰ ਸਵਾਮੀ ਕਹਿੰਦੇ ਆ। ਜਿਹੜਾ ਚਰਨ ਪੌਲੀਆ ਹੈ ਉਹ ਖੰਡੇ ਦੀ ਪੌਲ ਲੈ ਕੇ ਆਪਣਾ ਨਾਤਾ ਸਿੱਖਾਂ ਦੇ ਨਾਲ ਬਣਾ ਲਵੇ। ਸਿੱਖ ਨਾਤਾ ਬੜਾ ਗਹਿਰਾ ਹੋਵੇ। ਜਹਾਂ ਨਾ ਹੋਵੇ ਤੈਂ ਕਰੋ ਵੈ ਤੋ ਆਪਣੀ ਸ਼ਾਨ। ਕਹਿੰਦੇ ਕਿਤੇ ਦੇਵ ਇਹੋ ਜਿਹਾ ਥਾਂ ਹੋਵੇ, ਇਹੋ ਜੀ ਜਗ੍ਹਾ ਹੋਵੇ ਵੀ ਸਿੱਖ ਇਹੋ ਜੀ ਥਾਂ ਤੇ ਹੋਵੇ ਕਿ ਖੰਡੇ ਦੀ ਪੌਲ ਦੀ ਮਰਿਆਦਾ ਨਾ ਹੋ ਸਕਦੀ ਹੋਵੇ। ਕਈ ਦੇਸ਼ ਅੱਜ ਵੀ ਇਹੋ ਜਿਹੇ ਨੇ
ਜਿੱਥੇ ਇੱਕਾ ਦੁੱਕਾ ਕੁਝ ਸਿੱਖ ਰਹਿੰਦੇ ਨੇ, ਉਹ ਖੰਡੇ ਦੀ ਪਹੁਲ ਉੱਥੇ ਕਈ ਵਾਰੀ ਨਹੀਂ ਬਣ ਸਕਦੀ। ਫਿਰ ਉਹ ਕੀ ਕਰੇ? ਉਹਦਾ ਮਨ ਕਰੇ ਵੀ ਮੈਂ ਪਹੁਲ ਛਕਣੀ। ਇਹ ਸਮੱਸਿਆ ਆ ਜਾਂਦੀ ਹੈ ਕਈਆਂ ਨੂੰ। ਕਹਿੰਦੇ ਉਹਦੇ ਵਾਸਤੇ ਮਰਿਆਦਾ ਹੈ ਕਿ ਜਿਹੜਾ ਦੀਖਿਤ ਸਿੱਖ ਹੋਵੇ, ਇੱਕ ਹੀ ਹੋਵੇ, ਦੀਖਿਤ ਯਾਨੀ ਕਿ ਜਿਹਨੇ ਪਹੁਲ ਛਕੀ ਹੋਵੇ, ਉਹ ਗੁਰੂ ਸਾਹਿਬ ਜੀ ਦੇ ਰੁਮਾਲ ਨੂੰ ਧੋ ਕੇ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਨੂੰ ਇੱਕ ਕੰਨੀ ਧੋ ਕੇ ਉਹਦੀ ਪਹੁਲ ਛਕਾ ਸਕਦਾ ਜਲ ਦਾ। ਪਰ ਉਹ ਵੀ ਉਦੋਂ ਤੱਕ ਜਦੋਂ ਤੱਕ ਖੰਡੇ ਦੀ ਪਹੁਲ ਨਹੀਂ ਛਕ ਸਕਦਾ। ਫਿਰ ਜਦੋਂ ਖੰਡੇ ਦੀ ਪਹੁਲ ਦੀ ਮਰਿਆਦਾ ਹੋ ਜਾਵੇ, ਵੀ ਬਣ ਗਿਆ ਖੰਡੇ ਦੀ ਪਹੁਲ ਤਿਆਰ ਹੋ ਗਈ, ਫਿਰ ਹਾਜ਼ਰ ਹੋ ਕੇ ਪੰਜਾਂ ਕੋਲ ਪਹੁਲ ਛਕ ਲਵੇ। ਪਰ ਬੇਬਸੀ ਦੇ ਸਮੇਂ ਵਿੱਚ ਜਦੋਂ ਕਿਤੇ ਇਹੋ ਜਿਹਾ ਬੇਬਸ ਮਾਹੌਲ ਹੋਵੇ ਵੀ ਨਾ ਹੋਵੇ ਉਸ ਟਾਈਮ ਖੰਡੇ ਦੀ ਪਹੁਲ ਬਣੀ ਹੋਈ, ਉਸ ਵਕਤ ਫਿਰ ਇਹ ਪਹੁਲ ਪ੍ਰਾਪਤ ਕਰ ਸਕਦਾ ਹੈ। ਇਹ ਮਰਿਆਦਾ ਵੀ ਹੈ। ਅਦਰ ਦਸਨ ਮੈਂ ਭੇਦ ਨੇ, ਭੇਦ ਨ ਪਿਤ ਅਰ ਸਵਨ। ਕਹਿੰਦੇ ਜਦੋਂ ਸਿੱਖ ਨੇ ਅੰਮ੍ਰਿਤ ਛਕ ਲਿਆ ਤੇ ਦੂਜੇ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ, ਪਹੁਲ ਛਕਣ ਵਾਲਿਆਂ ਦੇ ਨਾਲ ਉਹਦੀ ਇੱਕ ਮੱਕਤਾ ਹੋ ਗਈ। ਜਿਵੇਂ ਆ ਬੁੱਲ ਤੇ ਦੰਦ ਦੋਵੇਂ ਇੱਕਮੇਕ ਨੇ ਨਾ, ਆਪਸ 'ਚ ਮਿਲੇ ਹੋਏ ਨੇ। ਜਿਵੇਂ ਪਿਓ ਤੇ ਪੁੱਤਰ ਦੋਵੇਂ ਮਿਲੇ ਹੋਏ ਨੇ, ਕਿਉਂਕਿ ਪਿਤਾ ਦੇ ਅੰਗਾਂ ਤੋਂ ਪੁੱਤਰ ਹੈ, ਪੁੱਤਰ ਦੇ ਅੰਗਾਂ ਦੇ ਵਿੱਚ ਪਿਤਾ ਹੈ। ਦੋਨਾਂ ਦਾ ਸੰਬੰਧ ਹੈ ਨਾ, ਪਿਓ ਤੇ ਪੁੱਤਰ ਦਾ। ਜਿਵੇਂ ਬੁੱਲਾਂ ਦਾ ਤੇ ਦੰਦਾਂ ਦਾ ਆਪਸ ਵਿੱਚ ਸੰਬੰਧ ਹੈ, ਇੱਕਮੇਕ ਹਨ ਦੋਵੇਂ। ਇਸ ਤਰ੍ਹਾਂ ਸਿੱਖ ਦੋਵੇਂ ਇੱਕਮੇਕ ਹੋ ਗਏ। ਉਹ ਸਿੱਖ ਪਹਿਲਾਂ ਬ੍ਰਾਹਮਣ ਸੀ, ਅੰਮ੍ਰਿਤ ਛਕਣ ਤੋਂ ਪਹਿਲਾਂ ਸ਼ੂਦਰ ਸੀ, ਵੈਸ਼ ਸੀ, ਖੱਤਰੀ ਸੀ, ਕਿਸ ਜਾਤੀ ਦਾ ਸੀ, ਮੁਸਲਮਾਨ ਧਰਮ ਦੇ ਵਿੱਚ ਸੀ, ਹਿੰਦੂਆਂ ਵਿੱਚ ਸੀ, ਜੈਨੀਆਂ ਵਿੱਚ ਸੀ। ਜਦੋਂ ਅੰਮ੍ਰਿਤ ਛਕ ਲਿਆ ਉਦੋਂ ਫਿਰ ਉਹ ਸਿੰਘਾਂ ਵਿੱਚ ਮਿਲ ਕੇ ਇੱਕਮੇਕੀ ਹੋ ਗਿਆ। ਫਿਰ ਉਹਦਾ ਪਿਛਲਾ ਗੋਤ, ਜਾਤੀ, ਬਰਾਦਰੀ ਉਹਦਾ ਕੋਈ ਮਾਇਨਾ ਨਹੀਂ ਹੈ। ਉਹ ਫਿਰ ਇੱਕਮੇਕੀ ਹੋ ਗਏ। ਜਿਵੇਂ ਪਿਓ ਪੁੱਤਰ ਇੱਕਮੇਕ ਹੁੰਦੇ ਆ ਨਾ, ਏਦਾਂ ਅੰਮ੍ਰਿਤਧਾਰੀ ਸਿੱਖ ਆਪਸ ਵਿੱਚ ਮਿਲ ਕੇ ਇੱਕਮੇਕੀ ਹੋ ਜਾਂਦੇ ਹਨ। ਤਿਉ ਸਿੱਖਾਂ ਕੀ ਏਕਤਾ, ਪਾਉਲ ਭੇਨ ਨ ਤਵਨ। ਕਹਿੰਦੇ ਇਸੇ ਤਰ੍ਹਾਂ ਸਿੱਖਾਂ ਦੀ ਏਕਤਾ ਜਾਣਨੀ। ਜਦੋਂ ਪਾਹੁਲ ਦਾ ਇੱਕ ਹੋ ਗਈ, ਖੰਡੇ ਦੀ ਪਹੁਲ ਇੱਕ ਛਕ ਲਈ, ਫਿਰ ਤਾਂ ਭੇਦ ਹੀ ਨਹੀਂ ਰਿਹਾ ਵੀ ਇਹ ਫਲਾਣੀ ਬਰਾਦਰੀ ਦਾ, ਇਹ ਫਲਾਣੀ ਜਾਤੀ ਦਾ ਜੀ, ਇਹ ਫਲਾਣੇ ਅਮਕੇ। ਸਾਡੇ ਤਾਂ ਅੰਮ੍ਰਿਤਧਾਰੀ ਸਿੰਘਾਂ ਦੇ ਵਿੱਚ ਵੀ ਇਹ ਬਰਾਦਰੀਵਾਦ ਨਹੀਂ ਜਾਂਦਾ। ਸਾਡੇ ਇੱਕ ਤਾਂ ਹੁੰਦੀ ਆ ਕੱਲੀ ਬਰਾਦਰੀ, ਇੱਕ ਹੁੰਦਾ ਬਰਾਦਰੀਵਾਦ। ਬਰਾਦਰੀ ਹੋਣੀ ਉਹ ਤਾਂ ਸੁਭਾਵਿਕ ਹੈ ਵੀ ਜਿਹੜੀ ਬਰਾਦਰੀ 'ਚ ਜਨਮ ਹੋਣਾ ਉਹ ਤਾਂ ਹੋਇਆ ਹੀ ਹੈ। ਉਹਦੇ ਆਲੇ ਦੁਆਲੇ ਜਿਹੜੇ ਸੰਬੰਧੀ ਨੇ ਉਹਨਾਂ ਨਾਲ ਵਰਤਨ ਵਲੇਵਾ ਤਾਂ ਹੋਵੇਗਾ ਹੀ। ਪਰ ਜਦੋਂ ਉਹ ਬਰਾਦਰੀਵਾਦ ਬਣ ਜਾਂਦਾ ਹੈ, ਉਹ ਸਮਾਜ ਲਈ ਘਾਤਕ ਹੁੰਦਾ ਵੀ ਬਸ ਮੇਰੀ ਬਰਾਦਰੀ ਮੂਹਰੇ ਹੋਣੀ ਚਾਹੀਦੀ, ਬਾਕੀ ਸਭ ਪਿੱਛੇ। ਵੀ ਮੈਂ ਉਹੀ ਵਧੇ ਫੁੱਲੇ, ਬਾਕੀਆਂ ਨੂੰ ਲਤਾੜਨਾ ਪਵੇ, ਬਾਕੀਆਂ ਨੂੰ ਕੁਚਲਣਾ ਪਵੇ, ਭਾਵੇਂ ਉਹ ਅੰਮ੍ਰਿਤਧਾਰੀ ਹੋਣ, ਕੋਈ ਗੱਲ ਨਹੀਂ। ਇਹ ਵੀ ਬਿਰਤੀ ਚੱਲਦੀ ਹੈ। ਇਹ ਨਹੀਂ ਹੋਣਾ ਚਾਹੀਦਾ। ਬਰਾਦਰੀਵਾਦ ਨਹੀਂ ਹੋਣਾ ਚਾਹੀਦਾ ਕਦੇ, ਜਾਤੀਵਾਦ ਨਹੀਂ ਹੋਣਾ ਚਾਹੀਦਾ। ਜਾਤੀ ਹੋਣਾ ਦਾ ਸੁਭਾਵਿਕ ਹੈ, ਕਿਸੇ ਜਾਤੀ 'ਚ, ਕਿਸੇ ਬਰਾਦਰੀ 'ਚ ਕਿਸੇ ਦਾ ਵੀ ਜਨਮ ਹੋ ਸਕਦਾ। ਪਰ ਉਹ ਵਾਦ ਨਾ ਬਣਾਓ ਭਾਈ। ਖਾਸ ਕਰਕੇ ਅੰਮ੍ਰਿਤਧਾਰੀ ਸਿੰਘ ਜਦੋਂ ਇੱਕਮੇਕ ਹੋ ਗਏ, ਇੱਕੋ ਪਹੁਲ ਛਕੀ ਹੈ ਖੰਡੇ ਦੀ, ਇੱਕੋ ਬਾਟੇ 'ਚ ਸਾਰਿਆਂ ਨੇ ਜਦੋਂ ਜਲ ਛਕ ਲਿਆ, ਅੰਮ੍ਰਿਤ ਛਕ ਲਿਆ, ਫਿਰ ਤਾਂ ਕੋਈ ਭੇਦ ਰਿਹਾ ਹੀ ਨਹੀਂ। ਫਿਰ ਤਾਂ ਸਾਰਿਆਂ ਦਾ ਇੱਕੋ ਹੀ ਗੋਤ ਹੋ ਗਿਆ, ਇੱਕੋ ਹੀ ਜਾਤ ਹੋ ਗਈ। ਉਹ ਗੋਤ ਹੋ ਗਿਆ ਸੋਢੀ। ਕਿਉਂ? ਬਾਜਾਂ ਵਾਲੇ ਕਲਗੀਧਰ ਸੁਆਮੀ ਸੋਢੀ ਹਨ। ਤੇ ਫਿਰ ਪਿਓ ਦੀ ਜਾਤ ਹੀ ਅੱਗੇ ਹੁੰਦੀ, ਸੋਢੀ ਹੋ ਗਏ। ਫਿਰ ਤਾਂ ਛਤਰੀ ਦੇ ਪੁੱਤਰ ਬਣ ਗਏ। ਕਲਗੀਧਰ ਸੁਆਮੀ ਕਹਿੰਦੇ ਮੈਂ ਛਤਰੀ ਦਾ ਪੁੱਤਰ ਹਾਂ, ਯਾਨੀ ਕਿ ਸ਼ਸਤਰਧਾਰੀ। ਉਹਦੇ ਪੁੱਤਰ ਹੋ ਕੇ ਫਿਰ ਅਸੀਂ ਵੀ ਛਤਰੀ ਹੋ ਗਏ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ। ਸੋ ਤਿਉ ਸਿੱਖਿਆ ਕੀ ਏਕਤਾ, ਪਾਹੁਲ ਭੇਨ ਨਾ ਤਵਨ। ਕਹਿੰਦੇ ਜਦੋਂ ਸਿੱਖ ਅੰਮ੍ਰਿਤਧਾਰੀ ਆਪੋ ਵਿੱਚ ਮਿਲ ਗਏ, ਉਸ ਵੇਲੇ ਫਿਰ ਇੱਕ ਦੂਜੇ ਦੀ ਵਡਿਆਈ ਛੁਟਿਆਈ ਨਾ ਵੇਖੇ, ਜਾਤੀ ਬਰਾਦਰੀ ਨਾ ਵੇਖੇ। ਵੱਡੇ ਲਘੂ ਕੋ ਭੇਦ ਨੇ,
ਸਿੱਖਿਆ ਲੇਵੈ ਸਿੱਖ। ਕਹਿੰਦੇ ਫਿਰ ਉਸ ਵੇਲੇ ਵੱਡੇ ਦਾ ਤੇ ਛੋਟੇ ਦਾ ਭੇਦ ਨਾ ਰੱਖੇ। ਵੀ ਮੰਨ ਲਓ ਅੰਮ੍ਰਿਤਧਾਰੀ ਸਿੰਘਾਂ ਦੇ ਵਿੱਚ ਕੋਈ ਰਾਜਾ ਆ ਕੇ ਅੰਮ੍ਰਿਤ ਛਕ ਲੈ ਤੇ ਕੋਈ ਗਰੀਬ ਵਿਚਾਰਾ ਆ ਕੇ ਅੰਮ੍ਰਿਤ ਛਕ ਲੈ, ਉਸ ਵੇਲੇ ਉਹ ਰਾਜੇ ਦਾ ਵੱਡਾਪਨ ਨਹੀਂ ਆ, ਉਸ ਗਰੀਬ ਦਾ ਗਰੀਬਪਨ ਨਹੀਂ, ਉਹ ਸਾਰੇ ਇੱਕ ਹੋ ਗਏ। ਜਿਵੇਂ ਪਿਓ ਤੇ ਪੁੱਤਰ ਦੋਵੇਂ ਇੱਕ ਹੁੰਦੇ ਆ, ਏਦਾਂ ਉਹਨਾਂ ਦੀ ਏਕਤਾ ਹੋ ਗਈ। ਉਸ ਵੇਲੇ ਵੱਡੇ ਛੋਟੇ ਦਾ ਕੋਈ ਭੇਦ ਨਹੀਂ ਰਹਿ ਜਾਂਦਾ। ਵਰਣ ਜਾਤ ਕੋ ਦੂਰ, ਆਪਣੇ ਵਰਣ ਤੇ ਜਾਤੀ ਦਾ ਜਿਹੜਾ ਮਾਣ ਹੈ ਉਹਨੂੰ ਦੂਰ ਕਰੋ। ਵਰਣ ਜਾਤ ਕੋ ਦੂਰ ਧਰ, ਐਸੇ ਸਿੱਖ ਸੁਲੱਖ। ਇਹ ਸਿੱਖੋ, ਇਸ ਤਰ੍ਹਾਂ ਦੀ ਇਹ ਭਾਵਨਾ ਜਾਣੋ ਆਪਣੇ ਅੰਦਰ। ਜਾਤੀ ਦਾ ਜਾਂ ਵਰਣ ਦਾ ਮਾਣ ਨਹੀਂ ਕਰਨਾ। ਮਾਫ ਕਰਨਾ, ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ, ਅਸੀਂ ਤਾਂ ਸ਼ਹੀਦ ਵੀ ਵੰਡ ਲਏ ਨੇ ਜਾਤਾਂ ਦੇ ਨਾਂ ਤੇ। ਜਿਹੜੇ ਪੰਥ ਵਾਸਤੇ, ਖਾਲਸੇ ਵਾਸਤੇ ਆਪਣਾ ਆਪਾ ਕੁਰਬਾਨ ਕਰ ਗਏ, ਉਹ ਸ਼ਹੀਦ ਵੀ ਵੰਡ ਲਏ ਨੇ ਅਸੀਂ ਜਾਤੀਵਾਦ ਦੇ ਨਾਂ ਤੇ। ਜੀ ਇਹ ਤਾਂ ਸਾਡਾ ਸ਼ਹੀਦ ਹੈ। ਦੂਜੀ ਬਰਾਦਰੀ ਵਾਲਾ ਕਹਿੰਦਾ ਇਹ ਸਾਡਾ ਸ਼ਹੀਦ, ਉਹ ਕਹਿੰਦਾ ਜੇ ਤੁਹਾਡਾ ਤੇ ਫਿਰ ਤੁਸੀਂ ਮਨਾਓ ਉਹਦਾ ਸ਼ਹੀਦੀ ਦਿਹਾੜਾ, ਅਸੀਂ ਤਾਂ ਆਪਣੇ ਦਾ ਮਨਾਵਾਂਗੇ। ਆ ਵੀ ਕੁਝ ਹੋ ਰਿਹਾ ਅੱਜ ਸਾਡੇ ਸਿੱਖ ਸਮਾਜ ਵਿੱਚ। ਭਾਈ ਐਸਾ ਨਹੀਂ ਹੋਣਾ ਚਾਹੀਦਾ। ਸ਼ਹੀਦ ਜਦੋਂ ਸ਼ਹੀਦ ਹੋਏ, ਉਹਨਾਂ ਨੇ ਇਸ ਭਾਵਨਾ ਨਾਲ ਸ਼ਹੀਦੀ ਨਹੀਂ ਸੀ ਦਿੱਤੀ ਕਿ ਮੈਂ ਆਪਣੀ ਫਲਾਣੀ ਬਰਾਦਰੀ ਕਰਕੇ ਸ਼ਹੀਦੀ ਦੇਣ ਲੱਗਾ, ਜਾਤੀ ਕਰਕੇ। ਉਹਨਾਂ ਸ਼ਹੀਦੀ ਦਿੱਤੀ ਕਲਗੀਧਰ ਦੇ ਸਰੂਪ ਤੋਂ, ਮਹਾਰਾਜ ਜੀ ਦੀ ਸਿੱਖੀ ਤੋਂ। ਸਾਰਿਆਂ ਦੇ ਸ਼ਹੀਦ ਸਾਂਝੇ ਰਹਿਣ ਦਿਓ, ਰੱਬ ਦਾ ਵਾਸਤਾ, ਸ਼ਹੀਦਾਂ ਨੂੰ ਵੰਡੋ ਨਾ ਜਾਤੀ ਦੇ ਨਾਂ ਤੇ, ਬਰਾਦਰੀ ਦੇ ਨਾਂ ਤੇ। ਗੁਰਦੁਆਰੇ ਬਰਾਦਰੀਆਂ ਦੇ ਨਾਂ ਤੇ ਬਣਾਏ ਨੇ। ਲੁਬਾਣਿਆਂ ਦਾ ਗੁਰਦੁਆਰਾ, ਇਹ ਜੱਟਾਂ ਦਾ ਗੁਰਦੁਆਰਾ, ਇਹ ਰਵਿਦਾਸੀਆਂ ਦਾ ਗੁਰਦੁਆਰਾ। ਫਿਰ ਗੁਰੂ ਦਾ ਕਿਹੜਾ ਭਾਈ, ਉਹ ਦੱਸ ਦਿਓ ਜਿਹੜਾ ਗੁਰੂ ਦਾ ਹੋਵੇ। ਇਹ ਫਲਾਣਿਆਂ ਦਾ ਗੁਰਦੁਆਰਾ ਹੈ, ਫਲਾਣੀ ਪੱਤੀ ਵਾਲਿਆਂ ਦਾ ਹੈ, ਫਲਾਣੀ ਪੱਤੀ ਵਾਲਿਆਂ, ਪੱਤੀਆਂ ਵੀ ਨੇ ਪਿੰਡਾਂ 'ਚ। ਗੁਰੂ ਘਰ ਸਾਰਿਆਂ ਦੇ ਸਾਂਝੇ ਨੇ, ਸਭ ਦੇ ਸਾਂਝੇ। ਯਤਨ ਹੋਣਾ ਚਾਹੀਦਾ ਵੀ ਇੱਕ ਨਗਰ 'ਚ ਇੱਕੋ ਗੁਰੂ ਘਰ ਹੋਵੇ, ਸਾਰੇ ਉੱਥੇ ਇਕੱਤਰ ਹੋਣ। ਪਿੰਡ ਬਹੁਤ ਜ਼ਿਆਦਾ ਵੱਡਾ ਹੋਵੇ, ਇੱਕ ਗੁਰੂ ਘਰ 'ਚ ਨਾ ਮੇਮਦੀ ਹੋਵੇ, ਸੰਗਤ ਦੂਜਾ ਬਣਾ ਸਕਦੇ। ਪਰ ਅਸੀਂ ਤਾਂ ਇੱਕ ਛੋਟੇ ਜਿਹੇ ਪਿੰਡ 'ਚ ਜਿੱਥੇ 400-500 ਘਰ ਵੀ ਨਹੀਂ ਹੁੰਦਾ, ਉੱਥੇ 4-4, 5-5 ਗੁਰਦੁਆਰੇ ਬਣਾਏ ਹੋਏ ਆ। ਫਿਰ ਉਹਨਾਂ ਦੀ ਸੰਭਾਲ ਨਹੀਂ ਹੁੰਦੀ, ਉੱਥੇ ਰੱਖੇ, ਉੱਥੋਂ ਦਾ ਪ੍ਰਬੰਧ ਸਹੀ ਨਹੀਂ ਹੁੰਦਾ, ਤੇ ਫਿਰ ਬੇਅਦਬੀਆਂ ਵੀ ਇਸੇ ਕਰਕੇ ਹੋ ਰਹੀਆਂ ਨੇ। ਇੱਕ ਗੁਰੂ ਘਰ ਹੋਵੇ, ਉੱਥੇ ਸਾਰਿਆਂ ਦਾ ਧਿਆਨ ਕੇਂਦਰਿਤ ਹੁੰਦਾ। ਆਪਣੀਆਂ ਚੌਧਰਾਂ ਜਿਹੜੀਆਂ ਨੇ ਛੱਡਣੀਆਂ ਚਾਹੀਦੀਆਂ। ਕਈ ਤਾਂ ਚੌਧਰੀ ਬਣਨ ਵਾਸਤੇ ਵੀ ਉਹ ਫਲਾਣੇ ਗੁਰਦੁਆਰੇ ਮੇਰੀ ਚੱਲੀ ਨਹੀਂ, ਚਲੋ ਮੈਂ ਦੂਜਾ ਆਪਣਾ ਵੱਖਰਾ ਬਣਾ ਲਵਾਂ। ਗੁਰੂ ਘਰ ਵਿੱਚ ਤਾਂ ਗੁਰੂ ਦੀ ਚੱਲਣੀ ਚਾਹੀਦੀ ਹੈ। ਆਪਣੀਆਂ ਚਲਾਉਣੀਆਂ ਸਾਰਾ ਪਿੰਡ ਹੈ। ਪੰਚਾਇਤ ਦੀਆਂ ਚੋਣਾਂ ਹੁੰਦੀਆਂ, ਉਦੋਂ ਰੱਜ ਕੇ ਲੜੋ, ਰੱਜ ਕੇ। ਪਰ ਉਹ ਲੜਾਈ ਕੇਵਲ ਪੰਚਾਇਤੀ ਚੋਣਾਂ ਤੱਕ ਹੀ ਹੋਣੀ ਚਾਹੀਦੀ ਹੈ। ਖਾਨਾ ਜੰਗੀ ਮਾਹੌਲ ਨਹੀਂ ਹੋਣਾ ਚਾਹੀਦਾ। ਉੱਥੇ ਲੜ ਲਓ, ਪਾਰਟੀਬਾਜ਼ੀ ਰੱਖਣੀ ਆ ਬਾਹਰ ਰੱਖੋ, ਗੁਰੂ ਘਰ ਵਿੱਚ ਨਾ ਲਿਆਓ ਭਾਈ। ਇੱਥੇ ਤਾਂ ਮੁਸਲਮਾਨਾਂ ਨੂੰ ਵੀ ਸਤਿਕਾਰ ਹੈ, ਇੱਥੇ ਹਿੰਦੂਆਂ ਨੂੰ ਵੀ ਸਤਿਕਾਰ ਹੈ। ਸਭ ਦਾ ਇੱਕੋ ਜਿਹਾ ਹੀ ਬਾਣ ਹੈ ਜਦੋਂ ਸਤਿਗੁਰਾਂ ਦੀ ਹਜ਼ੂਰੀ 'ਚ ਆ ਗਏ। ਇਹ ਜਾਤੀਵਾਦ ਦਾ ਜਿਹੜਾ ਕੋੜ ਹੈ, ਮਹਾਰਾਜ ਕਲਗੀਧਰ ਸਵਾਮੀ ਕਹਿੰਦੇ ਇਹਨੂੰ ਆਪਣੇ ਹਿਰਦੇ 'ਚੋਂ ਸਿੱਖ ਨੇ ਕੱਢ ਦੇਣਾ। ਜਦੋਂ ਪੌਲ ਛਕ ਲਈ, ਫਿਰ ਉਦੋਂ ਅਸੀਂ ਸਾਰੇ ਹੀ ਭੈਣ ਭਰਾ ਹੋ ਗਏ। ਇੱਕੋ ਹੀ ਵਰਣ ਹੋ ਗਿਆ ਸਾਡਾ ਸਾਰਿਆਂ ਦਾ, ਖਾਲਸਾ ਵਰਣ। ਇੱਕੋ ਹੀ ਵਰਣ ਹੋ ਗਿਆ ਸਾਡਾ, ਖਾਲਸਾ। ਇਹੀ ਸਾਡਾ ਵਰਣ ਹੈ। ਹਾਂਜੀ। ਦੇਵੈ ਲੇਵੈ ਪ੍ਰੀਤ ਕਰ, ਖਾਵੈ ਕਰਜ ਦਵਾਏ। ਬਾਬਾ ਤਾਰਾ ਸਿੰਘ ਬਾਨ ਨੂੰ ਪੁੱਛਿਆ ਕਿਸੇ ਨੇ, ਡਲਵਾ ਪਿੰਡ ਦੇ ਸ਼ਹੀਦ ਬਾਬਾ ਤਾਰਾ ਸਿੰਘ ਜੀ, ਪੁੱਛਿਆ ਸਾਹਿਬ ਰਾਏ ਚੌਧਰੀ ਨੇ, ਉਹ ਤੁਹਾਡੀ ਕੀ ਜਾਤ ਹੈ, ਕੀ ਗੋਤ ਹੈ? ਜਾਤ ਕੀ ਹੈ, ਗੋਤ ਕੀ ਹੈ? ਰਤਨ ਸਿੰਘ ਭੰਗੂ ਕਹਿੰਦੇ ਆ ਵੀ ਜਾਤ ਗੋਤ ਸਿੰਘਨ ਕੀ ਦੰਗਾ। ਦੰਗਾ ਇਹਨ ਸਤਿਗੁਰ ਤੇ ਮੰਗਾ। ਮੇਰੀ ਜਾਤ ਵੀ ਦੰਗਾ ਤੇ ਮੇਰਾ ਗੋਤਰ ਵੀ ਦੰਗਾ। ਦੰਗੇ ਦਾ ਮਤਲਬ ਹੁੰਦਾ ਜੰਗ।
ਮੈਂ ਲੜਨਾ ਹੈ, ਇਹ ਮੇਰੀ ਜਾਤ ਹੈ। ਖਾਲਸਾ ਬਣਾਇਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ, ਇਸ ਕਰਕੇ ਮੇਰੀ ਜਾਤ ਵੀ ਲੜਨਾ ਹੈ ਤੇ ਮੇਰੀ ਗੋਤ ਵੀ ਹੈ ਲੜਨਾ, ਜੰਗ ਕਰਨਾ, ਧਰਮ ਯੁੱਧ ਕਰਨਾ, ਇਹੀ ਮੇਰੀ ਗੋਤ ਹੈ। ਔਰ ਜੇ ਤੂੰ ਆਖੇ ਕੋਈ ਵੱਖਰੀ ਜਾਤ ਗੋਤ, ਉਹ ਕੋਈ ਨਹੀਂ ਜੇ ਸਾਡੀ। ਖਾਲਸਾ ਸਾਡਾ ਸਵਰੂਪ ਹੈ, ਖਾਲਸਾ ਸਾਡਾ ਵਰਣ ਹੈ। ਇਹ ਤੇ ਸਾਡੀ ਜਾਤ ਗੋਤ ਆ ਹੈ, ਜੰਗ ਯੁੱਧ ਕਰਨਾ, ਧਰਮ ਯੁੱਧ ਲੜਨਾ। ਇਹੀ ਅਸੀਂ ਗੁਰੂ ਸਾਹਿਬ ਕੋਲ ਮੰਗਦੇ ਹਾਂ, ਮਹਾਰਾਜ ਧਰਮ ਯੁੱਧ ਦੀ ਦਾਤ ਬਖਸ਼ਿਓ। ਜਬ ਆਪ ਕੀ ਔਦ ਨਿਦਾਨ ਬਨੈ ਤਹੀ ਰਣ ਮੈਂ ਤਬ ਜੂਝ ਮਰੋ। ਇਹ ਮੰਗਦੇ ਆ ਸਤਿਗੁਰਾਂ ਦੇ ਕੋਲੋਂ। ਹਾਂਜੀ। ਦੇਵੈ ਲੇਵੈ ਪ੍ਰੀਤ ਕਰ, ਖਾਵੈ ਕਰਜ ਦਵਾਏ। ਮਹਾਰਾਜ ਜੀ ਕਹਿੰਦੇ ਵੀ ਪ੍ਰੇਮ ਨਾਲ ਦੇਣ ਲੈਣ ਕਰੇ ਗੁਰਸਿੱਖਾਂ ਵਿੱਚ ਆਪਸ ਵਿੱਚ। ਅਗਰ ਕਿਸੇ ਸਿੱਖ ਨੇ ਕਰਜ਼ਾ ਲਿਆ ਕਿਸੇ ਕੋਲੋਂ, ਚਾਹੇ ਉਹ ਕਿਸੇ ਸਿੱਖ ਕੋਲੋਂ ਲਿਆ, ਚਾਹੇ ਕਿਸੇ ਅਸਿੱਖ ਕੋਲੋਂ ਲਿਆ, ਤੇ ਕਰਜ਼ਾ ਲੈ ਕੇ ਮੁੱਕਰੇ ਨਾ, ਉਹ ਕਰਜ਼ਾ ਦੇਣ ਦਾ ਪਾਬੰਦ ਹੋਵੇ। ਪਹਿਲੀ ਗੱਲ ਤੇ ਲੋੜਾਂ ਇੰਨੀਆਂ ਕੁ ਸੀਮਤ ਰੱਖੋ ਵੀ ਕਰਜ਼ਾ ਲੈਣਾ ਨਾ ਪਵੇ। ਕਿਸੇ ਕਾਰਨ ਵਸ ਕਰਜ਼ਾ ਲੈਣਾ ਪੈ ਗਿਆ ਤੇ ਇਹ ਬਿਰਤੀ ਨਾ ਹੋਵੇ ਵੀ ਕੇਤੇ ਲੈ ਲੈ ਮੁੱਕਰ ਪਾਏ। ਜੇ ਕਰਜ਼ਾ ਲਿਆ ਤਾਂ ਭਾਈ ਜਿਸ ਕੋਲੋਂ ਲਿਆ ਉਸ ਨੂੰ ਉਸੇ ਤਰ੍ਹਾਂ ਮੋੜੇ। ਜੇ ਨਹੀਂ ਮੋੜਦਾ ਤੇ ਫਿਰ ਵਿੱਚ ਗੁਰੂ ਸਾਖੀ ਹੁੰਦਾ। ਇਹ ਗੱਲ ਜਾਮਣ ਕਰਕੇ ਗੁਰੂ ਲਿਆ ਸੀ ਨਾ ਕਰਜ਼ਾ, ਇੱਕ ਨੇ ਮੁੱਕਰ ਗਿਆ, ਅਗਲੇ ਦਿਨ ਜਿਹਨੇ ਕਰਜ਼ਾ ਲੈਣਾ ਸੀ ਅਗਲੇ ਜਨਮ ਚੋਂ ਬਾਜ ਬਣਿਆ, ਜਿਹਨੇ ਦੇਣਾ ਸੀ ਉਹ ਬਟੇਰਾ। ਉਹਦੀਆਂ ਬੋਟੀਆਂ ਤੋੜ ਤੋੜ ਪਾਉਂਦੇ ਮਹਾਰਾਜ ਮੂੰਹ ਵਿੱਚ ਵੀ ਹੁਣ ਕਰਜ਼ਾ ਪੂਰਾ ਹੋ ਰਿਹਾ। ਇਹਦੇ ਨਾਲੋਂ ਚੰਗਾ ਵੀ ਪਹਿਲਾਂ ਹੀ ਹੱਥ ਬੰਨ੍ਹ ਕੇ, ਕਿਉਂਕਿ ਲੈਣ ਵੇਲੇ ਬਿਰਤੀ ਹੋਰ ਹੁੰਦੀ, ਦੇਣ ਵੇਲੇ ਹੋਰ ਹੋ ਜਾਂਦੀ ਹੈ। ਜੇ ਕਰਜ਼ਾ ਲੈਣਾ ਵੀ ਪੈ ਜੇ, ਪਹਿਲੀ ਗੱਲ ਲੋੜਾਂ ਸੀਮਤ ਰੱਖੋ, ਲੈਣਾ ਨਾ ਪਵੇ। ਜੇ ਲੈਣਾ ਵੀ ਪੈ ਜੇ, ਦੁਨੀਆ ਹੈ, ਸੰਸਾਰ ਹੈ, ਵਿਵਹਾਰ ਵਿੱਚ ਚੱਲਣਾ, ਤਾਂ ਭਾਈ ਜਿਹਦੇ ਕੋਲੋਂ ਕਰਜ਼ਾ ਲਿਆ ਉਹਨੂੰ ਬਾਅਦ ਪ੍ਰੇਮ ਨਾਲ ਉਹਨੂੰ ਵਾਪਸ ਕਰਨ ਦਾ ਪਾਬੰਦ ਹੋਵੇ। ਸਿੱਖੀ ਪਦ ਜੋ ਦੀ ਪਦਵੀ ਤੇ ਪਹੁੰਚ ਕੇ, ਯਾਨੀ ਕਿ ਸਿੱਖ ਬਣ ਕੇ ਅਗਰ ਸਿੱਖ ਕਿਸੇ ਨਾਲ ਦਗਾ ਕਰਦਾ, ਦਗਾ ਧੋਖਾ ਕਰਦਾ, ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਦੋਹਾਂ ਜਹਾਨਾਂ 'ਚ ਥਾਂ ਨਹੀਂ ਮਿਲਦੀ। ਸਿੱਖ ਕਦੇ ਕਿਸੇ ਨਾਲ ਦਗਾ ਨਾ ਕਰੇ। ਸਿੱਖ ਤਾਂ ਦੁਸ਼ਮਣ ਨਾਲ ਵੀ ਦਗਾ ਨਹੀਂ ਕਰਦਾ, ਉਹ ਵੀ ਨਗਾਰਾ ਵਜਾ ਕੇ ਕਹਿੰਦਾ ਵੀ ਆਉਣ ਲੱਗਾ, ਚੜ ਕੇ ਤਿਆਰ ਬਰ ਤਿਆਰ ਹੋ ਜਾ। ਦਗਾ ਨਹੀਂ ਕਰਦਾ ਸਿੱਖ, ਫਰੇਬ ਨਹੀਂ ਕਰਦਾ। ਇਸ ਕਰਕੇ ਜਿਹੜਾ ਸਿੱਖੀ ਪਦਵੀ ਤੇ ਟਿਕਿਆ ਹੋਇਆ ਉਹ ਸਿੱਖ ਕਦੇ ਕਿਸੇ ਨਾਲ ਦਗਾ ਨਾ ਕਰੇ। ਦਗਾ ਦਾ ਮਤਲਬ ਹੁੰਦਾ ਠੱਗੀ ਠੋਰੀ ਕਰਨੀ, ਕਿਸੇ ਨੂੰ ਠੱਗਣਾ, ਕਿਸੇ ਨੂੰ ਧੋਖਾ ਦੇਣਾ, ਕਿਸੇ ਦਾ ਵਿਸ਼ਵਾਸਘਾਤ ਕਰਨਾ। ਇਦਾਂ ਦੀ ਦਗਾ ਕਰਨ ਦੀ ਬਿਰਤੀ ਰੱਖਣ ਵਾਲਾ ਜੇ ਕੋਈ ਸਿੱਖ ਹੈ ਤਾਂ ਭਾਈ ਫਿਰ ਉਹਨੂੰ ਦੋਹਾਂ ਜਹਾਨਾਂ 'ਚ ਢੋਈ ਨਹੀਂ ਮਿਲਦੀ। ਪ੍ਰੀਤ ਨਾਮ ਕੀ, ਨਾਮ ਜਪ, ਨਾਮ ਰਮੈ ਵਿੱਚ ਪ੍ਰਾਣ। ਇਹ ਭਾਈ ਸਿੱਖ ਆਪਣੇ ਹਿਰਦੇ 'ਚ ਨਾਮ ਦੀ ਪ੍ਰੀਤ ਰੱਖੇ, ਹਰੀ ਨਾਮ ਦੀ। ਨਾਮ ਜਪਣ ਵਿੱਚ ਹੀ ਪ੍ਰੀਤ ਹੋਵੇ ਕਿ ਮੈਂ ਸਾਹਿਬ ਜੀ ਆਪ ਜੀ ਦਾ ਨਾਮ ਜਪਾਂ। ਪ੍ਰੀਤ ਨਾਮ ਕੀ, ਨਾਮ ਜਪ, ਨਾਮ ਜਪਣ ਦਾ ਪ੍ਰੇਮ ਹੋਵੇ ਤੇ ਫਿਰ ਨਾਮ ਜਪੇ। ਨਾਮ ਰਮੈ ਵਿੱਚ ਪ੍ਰਾਣ, ਸਿੱਖ ਦੇ ਪ੍ਰਾਣਾਂ ਵਿੱਚ ਸਾਹਿਬ ਦਾ ਨਾਮ ਵਸ ਜਾਵੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹਰ ਸਾਹ ਵਿੱਚ, ਹਰ ਦਮ ਵਿੱਚ ਸਾਹਿਬ ਦਾ ਸਿਮਰਨ ਵਸ ਜਾਵੇ, ਨਾਮ ਵਸ ਜਾਵੇ। ਨਾਮ ਉਪਦੇਸੈ, ਨਾਮ ਸੁਖ, ਸਖਾ ਸਾਚਲਾ ਨਾਮ। ਕੋਈ ਸੱਜਣ ਸਿੱਖ ਮਿਲੇ ਉਹਨੂੰ ਵੀ ਨਾਮ ਜਪਣ ਦਾ ਹੀ ਉਪਦੇਸ਼ ਦੇਵੇ। ਭਾਈ ਨਾਮ ਜਪਿਆ ਕਰੋ, ਭਜਨ ਕਰਿਆ ਕਰੋ। ਇਹ ਉਪਦੇਸ਼ ਦੇਵੇ ਸਿੱਖ ਦੂਸਰਿਆਂ ਨੂੰ ਕਿ ਭਾਈ ਆਪ ਵੀ ਜਪੇ, ਪਹਿਲਾਂ ਜਪੇ ਆਪ। ਇਹ ਨਹੀਂ ਵੀ ਦੂਜਿਆਂ ਨੂੰ ਦੇਵੇ ਉਪਦੇਸ਼, ਆਪ ਨਾ ਜਪੇ। ਐਸਾ ਨਹੀਂ, ਜੇ ਆਪ ਜਪੇ ਦੂਜਿਆਂ ਨੂੰ ਵੀ ਨਾਮ ਜਪਣ ਦਾ ਹੀ ਉਪਦੇਸ਼ ਦੇ ਕਰੋ। ਨਾਮ ਜਪਿਆ ਕਰੋ ਭਾਈ।
ਗੁਰਸਿੱਖ ਮਹਾਂਪੁਰਸ਼ ਇਹੀ ਕਹਿੰਦੇ ਆ ਨਾ, ਜਦੋਂ ਕੋਈ ਉਹਨਾਂ ਕੋਲ ਜਾਵੇ, ਮਹਾਰਾਜ ਕੋਈ ਆਪਣੀ ਸਮੱਸਿਆ ਦੱਸਦਾ, ਉਹ ਕਹਿੰਦੇ ਭਾਈ ਨਾਮ ਜਪਿਆ ਕਰੋ, ਭਜਨ ਕਰਿਆ ਕਰੋ, ਬਾਣੀ ਪੜਿਆ ਕਰੋ। ਤੇ ਇਸ ਕਰਕੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਨੇ, ਨਾਮ ਸੁੱਖ। ਤੇ ਫਿਰ ਸਖਾ ਸਾਚਲਾ ਨਾਮ, ਸਾਡਾ ਜਿਹੜਾ ਸੱਚਾ ਮਿੱਤਰ ਹੈ ਉਹ ਵੀ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਹੋਰ ਕਿਸੇ ਮਿੱਤਰ ਸੱਜਣ ਨੇ, ਸਰਬੰਧੀ ਨੇ ਨਾਲ ਨਹੀਂ ਨਿਭਣਾ, ਉੱਥੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਹੀਂ ਤੇਰਾ ਮਿੱਤਰ ਬਣਨਾ। ਹਰੀ ਦਾ ਨਾਮ ਹੀ ਮੇਰਾ ਸਖਾ ਹੈ, ਹਰੀ ਦਾ ਨਾਮ ਹੀ ਮੇਰਾ ਮਿੱਤਰ ਹੈ, ਤੇ ਹਰੀ ਦਾ ਨਾਮ ਹੀ ਮੇਰੇ ਲਈ ਪਿਤਾ ਹੈ। ਹਰ ਨਾਮੋ ਮਾਤਾ, ਹਰ ਨਾਮੋ ਪਿਤਾ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰੀ ਦਾ ਨਾਮ ਹੀ ਮੇਰੀ ਮਾਂ ਹੈ, ਹਰੀ ਦਾ ਨਾਮ ਹੀ ਮੇਰਾ ਪਿਤਾ ਹੈ। ਔਰ ਜਿਵੇਂ ਮਾਂ ਪਿਓ ਬੱਚੇ ਨੂੰ ਪਾਲਦਾ, ਏਦਾਂ ਹਰੀ ਦਾ ਨਾਮ ਮੈਨੂੰ ਦਿਨ ਰਾਤ ਪਾਲਦਾ ਹੈ। ਹਾਂਜੀ, ਜੀਵਨ ਜਾਂ ਕਾ ਧਰਮ ਹਿਤ, ਚਲਨਾ ਗੁਰ ਕੀ ਰੀਤ। ਸਿੱਖ ਕਿਹੋ ਜਿਹਾ ਹੋਵੇ? ਸੁਣੋ ਭਾਈ, ਸਿੱਖ ਦੀ ਪਰਿਭਾਸ਼ਾ ਦੱਸਦੇ ਕਲਗੀਧਰ ਬਿਸੰਬਰ ਦਾਸ। ਸਿੱਖ ਉਹ ਹੈ ਜਿਸ ਦਾ ਜੀਵਣਾ ਧਰਮ ਵਾਸਤੇ ਹੋਵੇ, ਜਿਸ ਦਾ ਜੀਵਣਾ ਧਰਮ ਵਾਸਤੇ ਹੋਵੇ, ਔਰ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਮਰਿਆਦਾ ਤੇ ਚੱਲਣਾ ਹੋਵੇ। ਇਹੀ ਗੁਰਸਿੱਖ ਦਾ ਜੀਵਨ ਹੈ, ਇਹੀ ਗੁਰਸਿੱਖ ਦੀ ਨਿਸ਼ਾਨੀ ਹੈ। ਉਹਦਾ ਜੀਵਣਾ ਧਰਮ ਲਈ ਹੈ, ਔਰ ਉਹਦਾ ਮਰਨਾ ਵੀ ਧਰਮ ਲਈ ਹੈ। ਔਰ ਗੁਰੂ ਸਾਹਿਬ ਜੀ ਦੀ ਜਿਹੜੀ ਦੱਸੀ ਰੀਤ ਹੈ, ਰਾਹ ਹੈ, ਉਹਦੇ ਤੇ ਚੱਲਣਾ। ਭੋਜਨ ਜਾਂ ਕਾ ਦੇ ਹਿਤ, ਰਹੇ ਵੈਰਾਗੀ ਮੀਤ। ਭੋਜਨ ਜਿਹੜਾ ਹੈ ਉਹ ਕੇਵਲ ਸਰੀਰ ਦੇ ਨਿਰਵਾਹ ਮਾਤਰ ਲਈ ਛਕਦਾ ਹੋਵੇ, ਭੋਜਨ ਲਈ ਨਾ ਜਿਉਂਦਾ ਹੋਵੇ, ਜੀਵਨ ਲਈ ਭੋਜਨ ਕਰਦਾ ਹੋਵੇ। ਕਈ ਭੋਜਨ ਲਈ ਜੀਵਦੇ ਨੇ, ਕਈ ਭੋਜਨ ਜੀਵਨ ਲਈ ਖਾਂਦੇ ਨੇ, ਦੋਨਾਂ ਵਿੱਚ ਫਰਕ ਹੈ। ਕਹਿੰਦੇ ਭੋਜਨ ਜਿਹੜਾ ਹੈ ਉਹ ਕੇਵਲ ਸਰੀਰ ਦੇ ਨਿਰਵਾਹ ਮਾਤਰ ਲਈ ਅੰਗੀਕਾਰ ਕਰੇ, ਔਰ ਰਹਿ ਵੈਰਾਗੀ ਮੀਤ, ਸੰਸਾਰ ਦੇ ਵਿੱਚ ਨਿਰਚਾਵਾਨ ਹੋ ਕੇ ਰਹੇ। ਰੇ ਮਨ ਐਸੋ ਕਰ ਸੰਨਿਆਸਾ, ਬਾਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਬਿਰਤੀ ਆਪਣੇ ਹਿਰਦੇ 'ਚ ਰੱਖ ਕੇ ਗੁਰਸਿੱਖ ਵਿਚਰੇ। ਜਿਉ ਰਾਹੀ ਪਰਦੇਸ਼ ਜਾਏ, ਨਿਤ ਮਾਰਗ ਕੀ ਆਸ। ਜਿਵੇਂ ਕੋਈ ਮੁਸਾਫਰ ਕਿਸੇ ਸਫ਼ਰ ਤੇ ਟੁਰਿਆ ਹੋਵੇ ਨਾ, ਤੇ ਰਾਤ ਦਿਨ ਉਹਦਾ ਸਫ਼ਰ ਵਾਲੀ ਧਿਆਨ ਹੁੰਦਾ ਵੀ ਮੈਂ ਇਹ ਪੰਧ ਮੁਕਾ ਕੇ ਆਪਣੀ ਮੰਜ਼ਿਲ ਤੇ ਪਹੁੰਚਾਂ। ਟ੍ਰੇਨ 'ਚ ਬੈਠਾ ਹੋਵੇ, ਜਿਹੜਾ ਟਾਈਮ ਸਟੇਸ਼ਨ ਤੇ ਪਹੁੰਚਣ ਦਾ ਹੋਵੇ, ਵੇਖਦਾ ਘੜੀ, ਲੇਟ ਹੋ ਗਈ ਆ ਗੱਡੀ ਹਾਲੇ। ਯਾਨੀ ਕਿ ਉਹਦਾ ਦਿਨ ਰਾਤ ਸਫ਼ਰ ਵਿੱਚ ਹੀ ਧਿਆਨ ਹੋਵੇਗਾ ਵੀ ਸਫ਼ਰ ਮੁੱਕੇ ਕਿਸੇ ਤਰੀਕੇ, ਕਿ ਮੈਂ ਆਪਣੇ ਟਿਕਾਣੇ ਪਹੁੰਚ ਸਕਾਂ। ਹਾਂਜੀ, ਤਿਉ ਆਤਮ ਇਤਿਆਚਰੈ, ਰਹੀਏ ਚੇਤੇ ਉਦਾਸ। ਕਹਿੰਦੇ ਜਿਵੇਂ ਕੋਈ ਮੁਸਾਫਰ ਸਫ਼ਰ ਤੇ ਚੱਲਿਆ ਹੁੰਦਾ ਤੇ ਉਹਦਾ ਦਿਨ ਰਾਤ ਧਿਆਨ ਸਫ਼ਰ ਵੱਲ ਹੀ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸਾਧਕ ਹੈ, ਉਹ ਸਾਧਨਾ ਕਰਨ ਵੇਲੇ, ਆਚਰਣ ਕਰਨ ਵੇਲੇ, ਉਹ ਆਚਰਣ ਜਦੋਂ ਕਰਦਾ ਤਾਂ ਉਹ ਆਤਮਾ ਦੇ ਟਿਕਾਣੇ ਤੇ ਪਹੁੰਚਣ ਲਈ ਕਰਦਾ, ਔਰ ਉਹ ਰਾਤ ਦਿਨ ਚੰਗਾ ਆਚਰਣ ਕਰਦਾ। ਜਿਵੇਂ ਯਾਤਰਾ ਕਰਨ ਵੇਲੇ ਪਹੁੰਚਣਾ ਤਾਂ ਹਜੂਰ ਸਾਹਿਬ ਹੈ, ਪਰ ਉਹਦਾ ਦਿਨ ਰਾਤ ਸਫ਼ਰ ਵਿੱਚ ਧਿਆਨ ਹੈ ਵੀ ਇਹ ਸਫ਼ਰ ਛੇਤੀ ਮੁੱਕੇ ਤਾਂ ਜੋ ਮੈਂ ਆਪਣੇ ਟਿਕਾਣੇ ਪਹੁੰਚ ਸਕਾਂ। ਜਦੋਂ ਸਿੱਖ ਨੇ ਆਚਰਣ ਕਰਨਾ, ਮੰਨ ਲਓ ਗੁਰੂ ਸਾਹਿਬ ਦੀ ਦੱਸਿਆ ਜਿਹੜਾ ਆਚਰਣ, ਧਿਆਨ ਉਹਦੇ ਵੱਲ ਰੱਖਣਾ, ਰਹਿਤ ਬਹਿਤ ਵਿੱਚ ਧਿਆਨ ਰੱਖਣਾ। ਟਿਕਾਣਾ ਕੀ ਹੈ? ਗੁਰੂ ਸਾਹਿਬ ਦੇ ਸਰੂਪ ਦੇ ਵਿੱਚ ਇੱਕ ਮਿਕਤਾ ਹੋਣੀ, ਉਹਦੇ ਲਈ ਆਚਰਣ ਹੋਵੇ, ਇਸ ਤਰੀਕੇ ਨਾਲ ਚੱਲੇ। ਸੁਨੋ ਸਖਾ ਚਿਤ ਲਾਇਕੈ, ਚਲਨੇ ਕੇਰੀ ਪ੍ਰੀਤ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਇਸ ਪ੍ਰਕਾਰ ਨਾਲ ਆਪਣੇ ਹਿਰਦੇ 'ਚ ਉਪਰਾਮਤਾ ਰੱਖ ਕੇ ਵਿਰਾਗ ਸਹਿਤ ਵਿਚਰੇ। ਫਿਰ ਹੇ ਸਖਾ ਸੁਣੋ, ਵਿਰਾਗ ਕਿਵੇਂ ਉਪਜਦਾ ਹੈ? ਸਿੱਖ ਨੇ ਪੁੱਛਿਆ, ਮਹਾਰਾਜ ਵਿਰਾਗ ਕਿਵੇਂ ਉਪਜਦਾ? ਮਹਾਰਾਜ ਜੀ ਕਹਿੰਦੇ ਵਿਰਾਗ ਉਦੋਂ ਉਪਜਦਾ ਜਦੋਂ ਤੁਸੀਂ ਇਹ ਜਾਣ ਲਓ ਵੀ ਇਹ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ।
ਜਿਨਨੇ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਜਿਨ੍ਹਾਂ ਨੇ ਜਾਣ ਲਿਆ ਵੀ ਚਲੇ ਜਾਣਾ, ਫਿਰ ਉਹ ਖਲਾਰਾ ਨਹੀਂ ਖਲਾਰਦੇ ਬਹੁਤਾ ਆਪਣਾ। ਮੰਨ ਲਓ ਕਿਤੇ ਰਾਤ ਕੱਟਣੀ ਹੋਵੇ ਨਾ, ਆਪਾਂ ਥੋੜੇ ਤੋਂ ਥੋੜਾ ਸਮਾਨ ਉੱਥੇ ਰੱਖਦੇ ਆ ਵੀ ਜੇ ਸਾਰਾ ਖਲਾਰਾ ਪਾਇਆ ਸਵੇਰੇ ਜਾਣਾ ਫਿਰ ਇਕੱਠਾ ਕਰਦੇ ਫਿਰਾਂਗੇ। ਇਸੇ ਤਰ੍ਹਾਂ ਚੱਲਣ ਨਾਲ ਪ੍ਰੀਤ ਰੱਖਣੀ ਵੀ ਚਲੇ ਜਾਣਾ, ਇਹ ਦੁਨੀਆ ਰੂਪੀ ਸੁਹਾਵਣੇ ਬਾਗ ਵਿੱਚ ਮੈਂ ਸਦਾ ਨਹੀਂ ਰਹਿਣਾ, ਇੱਥੋਂ ਚਲੇ ਜਾਣਾ। ਜਦੋਂ ਚੱਲਣ ਦੀ ਪ੍ਰੀਤ ਹੋਵੇਗੀ ਫਿਰ ਮਨ 'ਚ ਵਿਰਾਗ ਹੋਵੇਗਾ, ਫਿਰ ਮਨ ਵੈਰਾਗੀ ਹੋਵੇਗਾ। ਹਾਂਜੀ, मोहे तोए सब चलेंगे चलन न कोई रीत। ਮਹਾਰਾਜ ਜੀ ਕਹਿੰਦੇ ਜਾਣ ਲਓ ਕਿ ਮੈਂ ਤੂੰ ਸਭ ਨੇ ਚਲਿਆ ਜਾਣਾ, ਮੈਂ ਤੂੰ ਸਭ ਨੇ, ਮੈਂ ਵੀ ਜਾਣਾ ਭਾਈ ਤੂੰ ਵੀ ਜਾਣਾ। ਏਦਾਂ ਦੀ ਮਨ 'ਚ ਵਿਰਾਗ ਦੀ ਇੱਛਾ ਰੱਖੇ, ਮਨ 'ਚ ਉਦਾਸ ਉਪਰਾਮਤਾ ਕਿ ਸਭ ਨੇ ਚਲਿਆ ਜਾਣਾ, ਮੈਂ ਵੀ ਚਲੇ ਜਾਣਾ, ਇਹਨੇ ਵੀ ਚਲੇ ਜਾਣਾ। ਇਹ ਸੰਸਾਰ ਸਾਰਾ ਚੱਲਣ ਕਾ ਕਰਸਾਰ ਹੈ, ਇਹ ਚੱਲਦੀ ਸਰਾਂ ਹੈ। ਇਹਦੇ 'ਚ ਯਾਤਰੂ ਆਉਂਦੇ ਆ, ਟਿਕਦੇ ਆ, ਚਲੇ ਜਾਂਦੇ, ਫਿਰ ਪਿੱਛੋਂ ਨਵੇਂ ਆ ਜਾਂਦੇ ਆ, ਚਲੇ ਜਾਂਦੇ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹੰਪੀ ਚਲਦਾ, ਦੂਰ ਗਵਨ ਸਿਰ ਉੱਪਰ ਮਰਨਾ। ਇੱਕ ਚੱਲੇ ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਏ। ਭਾਈ ਚਲੇ ਜਾਣਾ ਇਹ ਸੰਸਾਰ ਤੋਂ। ਏਦਾਂ ਦੀ ਆਪਣੇ ਹਿਰਦੇ 'ਚ ਬਿਰਤੀ ਰੱਖਣੀ, ਚੱਲਣ ਦੀ ਇਹੀ ਰੀਤ ਜਾਣਨੀ। ਇਹ ਬੈਰਾਗ ਇਤ ਕੈਨ ਹੈ ਨੈ ਆਵਨ ਨੈ ਜਾਏ। ਅਸਲ ਖੇਡ ਜਿਹੜੀ ਹੈ ਨਾ ਇਹ ਜਨਮ ਚੱਲਣ ਦੀ, ਇਹ ਕੇਵਲ ਇਸ ਕਰਕੇ ਆ ਵੀ ਸਾਡੇ ਹਿਰਦੇ 'ਚ ਵਿਰਾਗ ਉਪਜਾਵੇ। ਕਿਉਂਕਿ ਜਦੋਂ ਵਿਰਾਗ ਉਪਜੇਗਾ ਤਾਂ ਅਸੀਂ ਧਰਮ ਦੇ ਰਾਹ ਤੇ ਚੱਲਾਂਗੇ। ਗੁਰੂ ਸਾਹਿਬ ਦੇ ਮਨ ਵਿਰਾਗ ਪਿਆ, ਦਰਸ਼ਨ ਦੇਖਣਾ ਕਾ ਚਾਓ। ਵਿਰਾਗੀ ਮਨ ਹੋਵੇਗਾ ਤਾਂ ਦਰਸ਼ਨਾਂ ਦਾ ਚਾਅ ਜਾਗੇਗਾ। ਜੇ ਮਨ 'ਚ ਵਿਰਾਗ ਹੀ ਨਹੀਂ, ਫਿਰ ਸਾਡੇ ਅੰਦਰ ਖਿੱਚ ਹੀ ਨਹੀਂ ਪੈਣੀ ਧਰਮ ਦੇ ਰਾਹ ਤੇ ਚੱਲਣ ਦੀ। ਇਹ ਵਿਰਾਗ ਪੈਦਾ ਕਰਨ ਵਾਸਤੇ ਨੇ ਬਚਨ ਕਿ ਸੰਸਾਰ ਤੋਂ ਚਲੇ ਜਾਣਾ। ਇਹ ਸੰਸਾਰ ਨਾਸ਼ਵਾਨ ਹੈ, ਇਹ ਬਿਨਸਣ ਵਾਲਾ ਪਸਾਰਾ ਹੈ, ਇੱਥੇ ਕੋਈ ਕਿਸੇ ਦੇ ਨਾਲ ਸੰਗੀ ਨਹੀਂ ਹੈ। ਇਹ ਵਿਰਾਗ ਪੈਦਾ ਕਰਨ ਲਈ ਹੈ। ਅਸਲੀਅਤ ਇਹ ਹੈ ਕਿ ਜਦੋਂ ਉੱਥੇ ਟਿਕਾਣੇ ਤੇ ਪਹੁੰਚ ਜਾਈਏ ਨਾ, ਜਿਸ ਲਈ ਵਿਰਾਗ ਕੀਤਾ, ਜਦੋਂ ਉੱਥੇ ਪਹੁੰਚ ਗਏ, ਉੱਥੇ ਪਹੁੰਚ ਕੇ ਫਿਰ ਪਤਾ ਲੱਗਦਾ ਵੀ ਨਾ ਕੁਝ ਜੰਮਦਾ ਤੇ ਨਾ ਹੀ ਕੁਝ ਮਰਦਾ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰਾ। ਨਾ ਕੋਈ ਜੰਮ ਰਿਹਾ ਨਾ ਕੋਈ ਮਰ ਰਿਹਾ। ਵੇਖੋ ਕਿਹੋ ਜੀ ਖੇਡ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਪਹਿਲਾਂ ਇਹ ਮਰਨ ਦੀ ਬਿਰਤੀ ਰੱਖਣੀ ਆਪਣੇ ਹਿਰਦੇ ਵਿੱਚ ਵੀ ਮੁੱਕ ਜਾਣਾ ਇੱਕ ਦਿਨ। ਉਹ ਕਿਉਂ ਰੱਖਣੀ? ਵੀ ਮਨ 'ਚ ਵਿਰਾਗ ਹੋਵੇ। ਵਿਰਾਗ ਧਾਰਨ ਕੀਤਾ ਕਿਸ ਲਈ? ਕਿ ਸਾਹਿਬ ਦੇ ਸਰੂਪ ਦੇ ਵਿੱਚ ਇੱਕਮਿਕ। ਜਦੋਂ ਉੱਥੇ ਇੱਕਮਿਕ ਹੋ ਗਏ, ਪਹੁੰਚ ਗਏ ਟਿਕਾਣੇ ਤੇ, ਉੱਥੇ ਪਹੁੰਚਣ ਤੋਂ ਬਾਅਦ ਫਿਰ ਪਤਾ ਲੱਗਦਾ ਵੀ ਇੱਥੇ ਤਾਂ ਨਾ ਕੋਈ ਜੰਮਦਾ ਨਾ ਕੋਈ ਮਰਦਾ, ਇਹ ਤਾਂ ਆਤਮ ਸਰੂਪ ਹੀ ਆ, ਰੱਬ ਹੀ ਆ। ਰੱਬ ਥੋੜੀ ਜੰਮਦਾ ਮਰਦਾ। ਫਲ ਕਾਰਨ ਫੂਲੀ ਬਨ ਰਾਏ, ਫਲ ਕਾਰਨ ਫੂਲੀ ਬਨ ਰਾਏ। ਫਲ ਬਣਨ ਵਾਸਤੇ ਫੁੱਲ ਬਣਦਾ ਨਾ। ਜਦੋਂ ਫੁੱਲ ਫਲ ਬਣ ਗਿਆ ਫਿਰ ਤਾਂ ਫੁੱਲ ਰਿਹਾ ਹੀ ਨਹੀਂ, ਫਿਰ ਤਾਂ ਕੋਈ ਮਾਇਨਾ ਹੀ ਨਹੀਂ ਫੁੱਲ ਦਾ। ਜਦੋਂ ਫੁੱਲ ਫਲ ਬਣ ਗਿਆ, ਵਿਰਾਗ ਫੁੱਲ ਹੈ, ਬੀਜ ਹੈ, ਪਰ ਜਦੋਂ ਫਲ ਬਣ ਗਿਆ ਉੱਥੇ ਜਾ ਕੇ ਪਤਾ ਲੱਗਾ ਵੀ ਫੁੱਲ ਤਾਂ ਹੈ ਹੀ ਨਹੀਂ, ਉਹਦਾ ਖਤਮ ਹੋ ਗਿਆ। ਜਦੋਂ ਤੱਕ ਫਲ ਨਹੀਂ ਸੀ ਉਦੋਂ ਤੱਕ ਫੁੱਲ ਜ਼ਰੂਰ ਸੀ। ਇਹ ਗੱਲ ਜ਼ਰੂਰ ਸਮਝ ਲੈਣੀ। ਉਦੋਂ ਤੱਕ ਫੁੱਲ ਦਾ ਬੜਾ ਮਾਇਨਾ, ਉਦੋਂ ਤੱਕ ਉਸ ਫੁੱਲ ਦੀ ਬੜੀ ਅਹਿਮੀਅਤ ਹੈ। ਮਾੜਾ ਜਿਹਾ ਤੇਲਾ ਲੱਗਣ ਲੱਗੇ ਸਪਰੇਅ ਕਰਨੀ ਪੈਂਦੀ ਹੈ, ਮਾੜਾ ਜਿਹਾ ਕਿਤੇ ਉਹਨੂੰ ਕੀੜਾ ਲੱਗਣ ਲੱਗੇ ਕੋਈ ਨਾ ਕੋਈ ਦਵਾਈ ਪਾਣੀ ਪੈਂਦੀ ਹੈ, ਸੁੱਕਣ ਲੱਗੇ ਪਾਣੀ ਲਾਣਾ ਪੈਂਦਾ ਵੀ ਫੁੱਲ ਮੁਰਝਾ ਨਾ ਜਾਏ, ਨੇ ਫਲ ਬਣਨਾ। ਪਰ ਜਦੋਂ ਫਲ ਬਣ ਗਿਆ ਫਿਰ ਫੁੱਲ ਦਾ ਤਾਂ ਕੋਈ ਮਾਇਨਾ ਨਹੀਂ, ਫਿਰ ਤਾਂ ਫੁੱਲ ਖਤਮ। ਇਨਵੇਂ ਇਸੇ ਤਰ੍ਹਾਂ ਪਹਿਲਾਂ ਹਿਰਦੇ 'ਚ ਵਿਰਾਗ ਜਿਹੜਾ ਇਹ ਫੁੱਲ ਹੈ, ਇਹ ਵਿਰਾਗ ਰੂਪੀ ਫੁੱਲ ਜਦੋਂ ਪ੍ਰਮਾਤਮਾ ਦੇ ਸਰੂਪ ਵਿੱਚ ਅਭੇਦ ਹੋ ਕੇ ਫਲ ਬਣ ਗਿਆ, ਫਿਰ ਤਾਂ ਨਾ ਕੁਝ ਜੰਮਦਾ ਨਾ ਕੁਝ ਮਰਦਾ। ਇਹ ਦੋ ਅਵਸਥਾਵਾਂ ਨੇ, ਪਹਿਲੀ ਵਿਰਾਗ ਦੀ ਹੈ, ਦੂਜੀ ਵਿਰਾਗ ਤੋਂ ਬਾਅਦ ਟਿਕਾਣੇ ਤੇ ਪਹੁੰਚਣ ਦੀ ਹੈ। ਜਿਸ ਲਈ ਵਿਰਾਗ ਕੀਤਾ
ਉਹਦੇ ਵਿੱਚ ਜਾ ਕੇ ਅਭੇਦ ਹੋ ਗਏ, ਉਹਦੇ ਵਿੱਚ ਜਾ ਕੇ ਇੱਕਮਿਕ ਹੋ ਗਏ। ਉੱਥੇ ਜਦੋਂ ਇੱਕਮਿਕ ਹੋ ਗਏ, ਉੱਥੇ ਜਾ ਕੇ ਗੁਰਦੇਵ ਨੇ ਕਿਹਾ ਨਹਿ ਕਿਛ ਜਨਮੈ ਨਹਿ ਕਿਛ ਮਰੈ। ਤੇ ਪਰ ਉਸ ਤੋਂ ਜਦੋਂ ਉੱਥੇ ਤੱਕ ਨਹੀਂ ਸੀ ਪਹੁੰਚੇ, ਉਰੇ ਸੀ, ਉਦੋਂ ਕਿਹਾ ਉਰੇ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ। ਮਹਾਰਾਜ ਜਨਮ ਮਰਨ ਨਿਵਾਰ ਦਿਓ ਸਾਡਾ। ਉਦੋਂ ਤੱਕ ਜਨਮ ਮਰਨ ਸੀਗਾ, ਪਰ ਜਦੋਂ ਪਹੁੰਚ ਗਏ ਉੱਥੇ ਟਿਕਾਣੇ ਤੇ ਫਿਰ ਨਾ ਕੋਈ ਜਨਮ ਹੈ ਨਾ ਮਰਨ ਹੈ। ਉੱਥੇ ਤਾਂ ਫਿਰ ਆਤਮ ਰਾਮ ਹੀ ਹੈ ਨਾ, ਪਰਮੇਸ਼ਰ ਹੀ ਪਰਮੇਸ਼ਰ ਹੈ। ਮਹਾਰਾਜ ਜੀ ਕਿੰਨੇ ਕਮਾਲ ਦੇ ਬਚਨ, ਬੜੇ ਡੂੰਘੇ, ਸਾਧਕ ਹੀ ਸਮਝ ਸਕਦੇ ਨੇ। ਅੱਜ ਕੱਲ ਤਾਂ ਕਹਿੰਦੇ ਆ ਨਾ ਵੀ ਕੋਈ ਜੰਮਣ ਮਰਨ ਨਹੀਂ ਹੁੰਦਾ, ਉਹ ਇੱਥੇ ਆ ਕੇ ਤਾਂ ਕਹਿ ਦਿੰਦੇ ਆ ਕੋਈ ਜੰਮਣ ਮਰਨ ਨਹੀਂ ਹੁੰਦਾ ਜੀ, ਇੱਥੇ ਹੀ ਆਏ ਸਰੀਰ 'ਚ ਹੀ ਆ ਜੀ ਸਾਰਾ ਕੁਝ। ਇਹ ਬੜੀ ਉੱਚੀ ਖੇਡ ਆ ਉੱਥੇ ਤੱਕ ਪਹੁੰਚਣ ਲਈ, ਪਰ ਉੱਥੇ ਤੱਕ ਪਹੁੰਚਣ ਲਈ ਪਹਿਲਾਂ ਫੁੱਲ ਤਾਂ ਬਣਾਉਣਾ ਪੈਣਾ ਨਾ, ਤਾਂ ਹੀ ਉਹ ਫਲ ਬਣੇਗਾ। ਫੁੱਲ ਤੋਂ ਬਿਨਾਂ ਸਿੱਧਾ ਫਲ ਤੇ ਕਿਵੇਂ ਪਹੁੰਚ ਸਕਦਾ ਬਈ? ਇਸ ਕਰਕੇ ਫੁੱਲ ਦੀ ਵੀ ਅਹਿਮੀਅਤ ਹੈ ਉਦੋਂ ਤੱਕ ਜਦੋਂ ਤੱਕ ਉਹ ਫੁੱਲ ਫਲ ਨਾ ਬਣ ਜਾਏ। ਹਾਂਜੀ, ਆਪਣੀ ਵਾਸ਼ਨ ਆਪ ਮੈਂ ਸਮ ਸੁਪਨੇ ਮਿਲ ਜਾਏ। ਹਾਂ, ਕਹਿੰਦੇ ਭਾਈ ਜਿਹੜਾ ਇਹ ਜਨਮ ਹੈ ਇਹ ਆਪਣੀਆਂ ਵਾਸ਼ਨਾਵਾਂ ਕਰਕੇ ਅਸੀਂ ਜਾਗਦੇ ਹਾਂ। ਜੋ ਸਾਡੇ ਮਨ 'ਚ ਵਾਸ਼ਨਾ ਹੁੰਦੀ, ਸੁੱਤੇ ਪਿਆ ਸੁਪਨਾ ਸਾਡਾ ਉਸੇ ਤਰ੍ਹਾਂ ਦਾ ਬਣਦਾ। ਜਾਗਦੇ ਹਾਂ ਜਿਸ ਤਰ੍ਹਾਂ ਦੀ ਵਾਸ਼ਨਾ ਹੁੰਦੀ ਹੈ, ਜਿਸ ਤਰ੍ਹਾਂ ਦੇ ਸੰਸਕਾਰ ਹੁੰਦੇ ਨੇ, ਸੁਪਨੇ ਵਿੱਚ ਅਸੀਂ ਉਸੇ ਤਰ੍ਹਾਂ ਭਰਮਣ ਕਰਦੇ ਹਾਂ। ਸੁਪਨ ਦੇ ਵਿੱਚ ਇੱਕ ਪ੍ਰਕਾਰ ਦਾ ਸ਼ਾਸਤਰ ਹੈ, ਇਹਦੇ ਬਾਰੇ ਵੀ ਬੜਾ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ। ਸੁਪਨ ਸ਼ਾਸਤਰ ਬਾਰੇ ਜਿਹੜਾ ਸੁਪਨ ਮੰਡਲ ਹੈ, ਇਹਦੇ ਬਾਰੇ ਬਹੁਤ ਕੁਝ ਵਿਸਥਾਰ ਕਰਕੇ ਲਿਖਿਆ ਗਿਆ ਕਿ ਕਿਹੋ ਜਿਹਾ ਸੁਪਨਾ ਸੁਪਨੇ ਵਿੱਚ ਦਿਸੇ ਤਾਂ ਉਹਦਾ ਕੀ ਕਾਰਨ ਹੁੰਦਾ, ਉਹ ਸੁਪਨਾ ਕਿਸ ਗੱਲ ਦਾ ਸੰਕੇਤ ਹੁੰਦਾ। ਕਈ ਸੁਪਨੇ ਐਸੇ ਹੁੰਦੇ ਵੀ ਜੋ ਆਉਣ ਵਾਲੇ ਸਮੇਂ 'ਚ ਘਟਨਾ ਘਟਣੀ ਹੁੰਦੀ ਆ, ਪੂਰਵਾਭਾਸ ਹੋ ਜਾਂਦਾ। ਅਸੀਂ ਕਹਿੰਦੇ ਹਾਲੇ ਕੱਲ ਹੀ ਮੈਨੂੰ ਇਹ ਸੁਪਨਾ ਆਇਆ ਸੀ, ਵੇਖੋ ਜੀ ਅੱਜ ਹੋ ਗਿਆ ਕੁਝ। ਸੁਪਨੇ ਵਿੱਚ ਅਗਰ ਕੋਈ ਬਾਣੀ ਪੜ੍ਹਦਾ, ਸੁਪਨੇ ਵਿੱਚ ਅਗਰ ਕੋਈ ਸਿਮਰਨ ਕਰਦਾ, ਸੁਪਨੇ ਵਿੱਚ ਅਗਰ ਕੋਈ ਗੁਰੂ ਘਰ ਦੀ ਯਾਤਰਾ ਕਰ ਰਿਹਾ ਤੇ ਬੜਾ ਹੀ ਸ਼ੁਭ ਸੁਪਨਾ, ਇਹਦੇ ਵਰਗਾ ਤਾਂ ਸੁਪਨਾ ਹੀ ਕੋਈ ਨਹੀਂ ਦੁਨੀਆ 'ਚ। ਉਹ ਸੁੱਧ ਸੰਕੇਤ ਹੈ। ਜਦੋਂ ਸੁਪਨ ਦੇ ਵਿੱਚ ਤੁਸੀਂ ਗੁਰਬਾਣੀ ਪੜ੍ਹਨ ਲੱਗ ਪਓ, ਸੁਪਨ ਦੇ ਵਿੱਚ ਸਿਮਰਨ ਕਰਨ ਲੱਗ ਪਓ, ਸੁਪਨ ਵਿੱਚ ਭਜਨ ਕਰਨ ਲੱਗ, ਸੁਪਨ ਵਿੱਚ ਗੁਰੂ ਘਰ ਦੀ ਯਾਤਰਾ ਕਰਨ ਲੱਗ ਪਓ, ਤਾਂ ਸਮਝ ਲਓ ਕਿ ਗੁਰੂ ਸਾਹਿਬ ਜੀ ਦੀ ਕਲਾ ਤੇ ਸ਼ਕਤੀ ਤੁਹਾਡੇ ਨਾਲ ਵਰਤਣੀ ਸ਼ੁਰੂ ਹੋ ਗਈ ਹੈ। ਅਨੁਭਵ ਕਰੋ ਵੀ ਦੈਵੀ ਸ਼ਕਤੀ ਤੁਹਾਡੇ ਨਾਲ ਹੁਣ ਕੰਮ ਕਰ ਰਹੀ ਹੈ। ਇਹ ਸਮਝ ਲੈਣਾ ਚਾਹੀਦਾ ਹੈ। ਸੁਪਨੇ ਹੂੰ ਵਰੜਾਏ ਕਹਿ ਜੇ ਮੁਖ ਨਿਕਸੈ ਰਾਮ। ਕਬੀਰ ਜੀ ਮਹਾਰਾਜ ਜੀ ਨੇ ਤਦ ਹੀ ਕਿਹਾ ਕਿ ਸੁਪਨੇ ਵਿੱਚ ਵੀ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਐ, ਭਜਨ ਕਰਦੇ ਐ, ਤਾਂ ਕਿ ਪੱਗ ਕੀ ਪਾ ਨਹੀਂ ਮੇਰੋ ਤਨ ਕੋ ਚਾਮ। ਮੈਂ ਉਹਦੇ ਚਰਨਾਂ ਵਿੱਚ ਆਪਣੇ ਚਮੜੇ ਦੀ ਜੁੱਤੀ ਬਣਾ ਕੇ ਪਾ ਦਿਆਂ। ਧੰਨ ਹੈ ਉਹ ਗੁਰੂ ਕਾ ਲਾਲ ਜਿਹੜਾ ਸਾਡੇ ਕੋਲੋਂ ਜਾਗਦਿਆਂ ਨਹੀਂ ਭਜਨ ਹੁੰਦਾ। ਧੰਨ ਹੈ ਜਿਹੜਾ ਸੁਪਨੇ 'ਚ ਵੀ ਭਜਨ ਕਰ ਰਿਹਾ ਸੁੱਤੇ ਪਿਆ। ਸਾਡੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹੀ ਸਾਨੂੰ ਸੁਪਨ ਦੇ ਵਿੱਚ ਭੜਕਾਉਂਦੀਆਂ। ਜਿਹੋ ਜੀ ਵਾਸ਼ਨਾ ਹੋਵੇਗੀ ਸੁਪਨ ਉਸੇ ਤਰ੍ਹਾਂ ਦਾ ਦਿਸੇਗਾ, ਜਿਹੋ ਜੀ ਭਾਵਨਾ ਉਸੇ ਤਰ੍ਹਾਂ ਦਾ ਸੁਪਨ। ਤੋ ਇਸੇ ਪ੍ਰਕਾਰ ਨਾਲ ਜਿਹੜਾ ਸਾਡਾ ਇਹ ਜਨਮ ਹੁੰਦਾ ਹੈ, ਮਰਨ ਹੁੰਦਾ ਹੈ, ਇਹ ਸਾਡੀਆਂ ਵਾਸ਼ਨਾਵਾਂ ਹੀ ਨੇ। ਤੇ ਜਿਹੜੀਆਂ ਵਾਸ਼ਨਾਵਾਂ ਨੇ ਜਨਮ ਮਰਨ ਸੁਪਨੇ ਮਾਤਰ ਹੀ ਹੈ ਤਾਂ ਹੈ ਇਹ ਜਨਮ ਮਰਨ, ਪਰ ਸੁਪਨਾ ਹੈ। ਪਰ ਸੁਪਨਾ ਸੱਚ ਤਾਂ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਲਗੀਧਰ ਸੁਆਮੀ ਕਹਿੰਦੇ ਵੀ ਜਨਮ ਮਰਨ ਕੀ ਹੈ? ਸਾਡੀ ਵਾਸ਼ਨਾ ਦੇ ਮੁਤਾਬਕ ਸੁਪਨਾ ਆ ਰਿਹਾ, ਸਾਨੂੰ ਜੰਮ ਰਹੇ ਹਾਂ, ਮਰ ਰਹੇ ਹਾਂ, ਪਰ ਹੈ ਉਹ ਸੁਪਨਾ ਹੀ। ਸੁਪਨੇ ਵਿੱਚ ਅਸੀਂ ਬਹੁਤ ਕੁਝ ਵੇਖਦੇ ਹਾਂ, ਪਰ ਉਹ ਜਦੋਂ ਜਾਗਦੇ ਹਾਂ ਫਿਰ ਤਾਂ ਨਹੀਂ ਹੁੰਦਾ ਸੁਪਨਾ। ਫਿਰ ਉਹ ਸੁਪਨਾ ਲੈ ਹੋ ਜਾਂਦਾ, ਖੈ ਹੋ ਜਾਂਦਾ। ਪਰ ਇਹ ਵੀ ਨਹੀਂ ਕਹਿ ਸਕਦੇ ਵੀ ਹੁੰਦਾ ਨਹੀਂ, ਕਿਉਂਕਿ ਦਿਸ ਰਿਹਾ ਹੁੰਦਾ, ਸੁਪਨੇ ਵਿੱਚ ਦਿਸ ਰਿਹਾ ਹੁੰਦਾ। ਨਾ ਉਹਨੂੰ ਝੂਠਾ ਕਹਿ ਸਕਦੇ ਹਾਂ, ਨਾ ਉਹਨੂੰ ਸੱਚਾ ਕਹਿ ਸਕਦੇ ਹਾਂ। ਝੂਠਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਦਿਸ ਰਿਹਾ, ਸੱਚਾ ਤਾਂ ਨਹੀਂ ਕਹਿ ਸਕਦੇ ਵੀ ਜਾਗਦੇ ਹਾਂ ਉਹ ਸੁਪਨੇ ਦੀਆਂ ਚੀਜ਼ਾਂ ਰਹਿੰਦੀਆਂ ਨਹੀਂ। ਸੁਪਨੇ ਵਿੱਚ ਸੋਨੇ ਦੇ ਸਿੰਘਾਸਣ ਤੇ ਬੈਠਾ, ਜਾਗਦਿਆਂ ਨਹੀਂ ਹੁੰਦਾ ਸੁਪਨੇ ਵਿੱਚ। ਤੋ ਇਸ ਪ੍ਰਕਾਰ ਨਾਲ
ਨਾ ਉਹ ਸੱਚਾ ਨਾ ਝੂਠਾ। ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹਦੇ ਮੁਤਾਬਕ ਸਾਨੂੰ ਜਨਮ ਮਰਨ ਮਿਲਦਾ, ਤੇ ਉਹ ਜਨਮ ਮਰਨ ਨੂੰ ਤੁਸੀਂ ਸੁਪਨਾ ਸਮਝੋ। ਸੁਪਨਾ ਨਾ ਸੱਚ ਹੈ ਨਾ ਝੂਠ ਹੈ, ਉਹ ਸਿਰਫ ਸੁਪਨਾ ਹੀ ਹੈ ਬਸ। ਤਦੇ ਨੌਵੇਂ ਪਾਤਸ਼ਾਹ ਨੇ ਜਗਤ ਨੂੰ ਸੁਪਨਾ ਹੀ ਲਿਖਿਆ। ਜਗ ਸੁਪਨੇ ਕੋ ਸਾਚ ਜਾਣਕ ਹੈ। ਇਹ ਜਗਤ ਸੁਪਨਾ ਹੈ, ਇਹਨੂੰ ਤੁਸੀਂ ਸੱਚ ਸਮਝੀ ਬੈਠੇ ਹੋ। ਕਦੇ ਸੁਪਨਾ ਸੱਚ ਹੁੰਦਾ? ਤੇ ਫਿਰ ਇਹ ਝੂਠਾ ਵੀ ਨਹੀਂ, ਕਿਉਂਕਿ ਦਿਸ ਰਿਹਾ। ਇਸ ਕਰਕੇ ਬੜੀ ਅਗੰਮੀ ਤੇ ਅਲੌਕਿਕ ਜੀ ਖੇਡ ਹੈ। ਇਹ ਜਨਮ ਤੇ ਮਰਨ ਵੀ ਸਾਡੀਆਂ ਵਾਸ਼ਨਾਵਾਂ ਦੇ ਮੁਤਾਬਕ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਆਦ ਅੰਤ ਜਿਉ ਨੀਂਦ ਮੈਂ ਆਤਮ ਜਾਨੋ ਪਾਏ। ਆਦ ਔਰ ਅੰਤ ਵਿੱਚ, ਜਿਵੇਂ ਨੀਂਦ ਦੇ ਵਿੱਚ ਹੋਣ ਤੋਂ ਪਹਿਲਾਂ, ਨੀਂਦ ਤੇ ਜਾਗਣ ਤੋਂ ਬਾਅਦ, ਅਸੀਂ ਉਹੀ ਹੁੰਨੇ। ਨੀਂਦ ਵਿੱਚ ਨਹੀਂ ਪਤਾ ਸਾਨੂੰ ਆਪਣਾ ਆਪ, ਪਰ ਨੀਂਦ ਤੋਂ ਪਹਿਲਾਂ ਅਸੀਂ ਕੀ ਉਹ ਸਾਨੂੰ ਪਤਾ ਹੈ, ਤੇ ਨੀਂਦ ਤੋਂ ਉੱਠਣ ਤੋਂ ਬਾਅਦ ਵੀ ਸਾਨੂੰ ਪਤਾ ਮੈਂ ਕੌਣ ਹਾਂ, ਪਰ ਨੀਂਦ ਵਿੱਚ ਨਹੀਂ ਪਤਾ। ਕਹਿੰਦੇ ਇਸੇ ਤਰ੍ਹਾਂ ਜਨਮ ਤੋਂ ਪਹਿਲਾਂ ਜੋ ਅਸੀਂ ਹਾਂ ਔਰ ਮਰਨ ਤੋਂ ਬਾਅਦ ਜੋ ਅਸੀਂ ਹਾਂ, ਉਹ ਸਾਡਾ ਸਰੂਪ ਹੈ। ਉਹਦੇ ਵਿਚਕਾਰ ਜੋ ਨੀਂਦ 'ਚ ਜਗਤ ਦਾ ਸੁਪਨਾ ਵੇਖ ਰਿਹਾ ਜਨਮ ਦਾ, ਇਹ ਨਹੀਂ ਹੈ, ਇਹ ਸਾਡਾ ਸਰੂਪ ਨਹੀਂ ਹੈ। ਸਾਡਾ ਸਰੂਪ ਤਾਂ ਉਹ ਸੀ ਜਿਹੜਾ ਸਾਡੇ ਜਨਮ ਤੋਂ ਪਹਿਲਾਂ, ਇਹ ਸਰੀਰ ਤੋਂ ਪਹਿਲਾਂ ਵੀ ਸੀ। ਇਹ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਜਿਹੜਾ ਸਾਡਾ ਰੂਪ ਰਹਿਣਾ, ਉਹ ਹੈ ਸਾਡਾ ਸਰੂਪ। ਆਦ ਅੰਤ, ਮੁੱਢ ਵਿੱਚ ਤੇ ਅੰਤ ਵਿੱਚ। ਇਹੀ ਜੋਗ ਕੀ ਰੀਤ ਹੈ ਮੈਂ ਤੋਹਿ ਕਈ ਬਣਾਏ। ਇਹ ਭਾਈ ਬਿਸੰਬਰ ਦਾਸ, ਇਹ ਯੋਗ ਦੀ ਮਰਿਆਦਾ ਹੈ ਜੁੜਨ ਦੀ, ਕਿ ਕਿਵੇਂ ਰੱਬ ਨਾਲ ਜੁੜਿਆ ਜਾ ਸਕਦਾ, ਗੁਰੂ ਨਾਲ ਜੁੜਿਆ ਜਾ ਸਕਦਾ, ਜੋ ਤੈਨੂੰ ਸਮਝਾਈ। ਹੁਣ ਮਹਾਰਾਜ ਜੀ ਕਹਿੰਦੇ ਜਿਹੜੀਆਂ ਬਾਕੀ ਦੀਆਂ 26 ਅਰਦਾਸਾਂ ਰਹਿੰਦੀਆਂ ਉਹ ਵੀ ਸੁਣ ਲਓ। ਸਮਾਂ ਇਜਾਜ਼ਤ ਨਹੀਂ ਦਿੰਦਾ, ਉਹ ਆਪਾਂ ਕੱਲ ਦੀ ਕਥਾ 'ਚ ਵਿਚਾਰਾਂਗੇ। ਮਹਾਰਾਜ ਜੀ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਾਧ ਸੰਗਤ ਜੀ, ਬੇਨਤੀ ਹੈ, ਪਰਸੋਂ 17 ਤਰੀਕ ਨੂੰ ਸਵੇਰੇ ਸੰਕਰਾਂਤ ਵਾਲੇ ਦਿਨ 7 ਤੋਂ 8 ਵਜੇ ਤੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ, ਸਹਿਜ ਕਥਾ ਦਾ ਮੱਧ ਹੈ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਜੇ ਕੋਈ ਮਿੱਠਾ ਲਿਆਉਣ ਦੀ ਇੱਛਾ ਰੱਖਦਾ ਹੈ ਭਾਈ, ਉਹ ਲੱਡੂ ਲਿਆ ਕੇ ਸੰਗਤ ਵਿੱਚ ਵਰਤਾ ਸਕਦਾ ਹੈ। ਇਹ ਬੇਨਤੀਆਂ ਆਪ ਸਾਰੀ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਗੀਧਰ ਨੇ ਬਚਨ ਕੀਤਾ ਕਿ ਇਹ ਮੇਰਾ 11ਵਾਂ ਸਵਰੂਪ ਹੈ। ਇਹ ਸਾਡਾ ਅੱਜ ਦੀ ਕਥਾ 'ਚ ਆਪਾਂ ਸੁਣਿਆ ਨਾ, ਇਹ ਮੇਰਾ 11ਵਾਂ ਸਵਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ 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 ਵਾਹਿਗੁਰੂ। 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 ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ।
ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म, ਅਬਨਾਸੀ ਅਗਨਾਸ, हे पूरन हे सर्ब मैं, ਦੁਖ ਭੰਜਨ ਗੁਣ ਤਾਸ, संगी हे निरंकार, ਏ ਨਿਰਗੁਣ ਸਭ ਟੇਕ, हे गोविंद हे गुण निधान, ਜਾਂ ਕੈ ਸਦਾ ਬਵੇਕ, परम्पर हर हरे, ਹੈ ਪੀਓ ਅਣਿਆਰ, हे संत कै सदा संग, ਨਿਧਾਰਾ ਆਧਾਰ, हे ठाकुर हो दासरो, ਮੈਂ ਨਿਰਗੁਣ ਗੁਣ ਨਹੀਂ ਕੋਏ, नानक दीजै नाम दास, ਰਾਖੋਈ ਐ ਪਰੋਏ, प्रभ शरणागति, ਕਿਰਪਾ ਨਿਧ ਦਿਆਲ, एक अखर हर मन बस्त, ਨਾਨਕ ਓਤ ਨਿਹਾਲ, गुरु नाम जहाज है, ਜੜੇ ਸੋ ਤੇਰੇ ਪਾਰ, जो शरदा कर सेवंदे, ਗੁਰ ਪਾਰ ਉਤਾਰ ਨਿਹਾਰ, गुरु नाम जहाज है, ਜੜੇ ਸੋ ਤੇਰੇ ਪਾਰ, जो शरदा कर सेवंदे, ਗੁਰ ਪਾਰ ਉਤਾਰ ਨਿਹਾਰ। वाहिगुरु जी का खालसा, वाहिगुरु जी की फतेह।